गुड मॉर्निंग स्टूडेंट्स। ਅੱਜ ਸੇਫਟੀ ਚੈਪਟਰ ਦਾ ਥਰਡ ਲੈਕਚਰ ਜਿਹਦੇ 'ਚ ਅਸੀਂ ਸਟੱਡੀ ਕਰਾਂਗੇ 에ਅਰ ਬੈਗ ਬਾਰੇ। ਪਹਿਲੇ ਦੋ ਲੈਕਚਰ 'ਚ ਅਸੀਂ ਜਸਟ ਬੇਸਿਕ ਸਟੱਡੀ ਕੀਤਾ ਸੀਗਾ। ਪਹਿਲੇ 'ਚ ਆਪਾਂ ਇੰਟਰੋਡਕਸ਼ਨ ਬਾਰੇ ਸਟੱਡੀ ਕੀਤਾ ਸੀਗਾ, ਨਾਲ ਅਸੀਂ ਪ੍ਰੀਵੈਂਟਿਵ ਡਿਜ਼ਾਈਨ ਪੜ੍ਹਿਆ ਸੀਗਾ। ਸੈਕਿੰਡ ਦੇ ਵਿੱਚ ਅਸੀਂ ਸਟੱਡੀ ਕੀਤਾ ਸੀਗਾ ਵੀ ਕਿੱਦਾਂ ਅਸੀਂ ਕਿਸੇ ਵਹੀਕਲ ਨੂੰ ਡਿਜ਼ਾਈਨ ਕਰੀਏ ਅਤੇ ਉਹਦੇ 'ਚ ਜਿਹੜੇ ਐਕਸੀਡੈਂਟ ਹੋਣ ਦੇ ਚਾਂਸ ਨੇ ਉਹ ਮਿਨੀਮਮ ਹੋ ਸਕਣ। ਉਹ ਅਸੀਂ ਪੜ੍ਹਿਆ ਸੀਗਾ ਸੈਕਿੰਡ ਲੈਕਚਰ ਦੇ ਵਿੱਚ। ਹੁਣ ਅਸੀਂ ਥਰਡ ਲੈਕਚਰ 'ਚ ਸਟੱਡੀ ਕਰਾਂਗੇ 에ਅਰ ਬੈਗ ਦੇ ਬਾਰੇ। ਕੀ ਕਹਿੰਦੇ ਹੋ, ਜਿਹੜਾ ਇੱਕ 에ਅਰ ਬੈਗ ਹੈ, ਐਨ 에ਅਰ ਬੈਗ ਆਲਸੋ ਨੋਨ ਐਜ਼ ਸਪਲੀਮੈਂਟਰੀ ਔਰ ਸੈਕੰਡਰੀ ਰਿਸਟ੍ਰੇਂਟ ਸਿਸਟਮ, ਯਾਨੀ ਕਿ ਆਪਾਂ 에ਅਰ ਬੈਗ ਨੂੰ SRS ਵੀ ਕਹਿੰਦੇ ਹਾਂ, ਔਰ ਐਜ਼ ਐਨ 에ਅਰ ਕੁਸ਼ਨ ਰਿਸਟ੍ਰੇਂਟ ਸਿਸਟਮ। ਇਹਨੂੰ ਅਸੀਂ 에ਅਰ ਕੁਸ਼ਨ ਰਿਸਟ੍ਰੇਂਟ ਸਿਸਟਮ ਵੀ ਕਹਿੰਦੇ ਹਾਂ। ਜ਼ਰੂਰੀ ਨਹੀਂ 에ਅਰ ਬੈਗ ਨੂੰ ਸਿਰਫ ਆਪਾਂ 에ਅਰ ਬੈਗ ਦੇ ਨਾਂ ਨਾਲ ਜਾਣਾਂਗੇ, ਅਸੀਂ 에ਅਰ ਬੈਗ ਨੂੰ SRS ਵੀ ਕਹਿ ਸਕਦੇ ਹਾਂ, ਸਪਲੀਮੈਂਟਰੀ ਜਾਂ ਸੈਕੰਡਰੀ ਰਿਸਟ੍ਰੇਂਟ ਸਿਸਟਮ। ਰਿਸਟ੍ਰੇਂਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਰੋਕ ਕੇ ਰੱਖਣਾ। 에ਅਰ ਬੈਗ ਕੀ ਕਰਦਾ ਹੈ, ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਹੈ ਉਦੋਂ ਸਾਨੂੰ ਇੰਜਰੀ ਤੋਂ ਬਚਾਉਂਦਾ ਹੈ, ਇੰਜਰੀ ਤੋਂ ਰੋਕ ਕੇ ਰੱਖਦਾ ਹੈ। ਉਹਨੂੰ ਅਸੀਂ ਕਹਿੰਦੇ ਹਾਂ SRS, ਸੈਕੰਡਰੀ ਰਿਸਟ੍ਰੇਂਟ ਸਿਸਟਮ ਜਾਂ ਸਪਲੀਮੈਂਟਰੀ ਰਿਸਟ੍ਰੇਂਟ ਸਿਸਟਮ। ਅਤੇ ਇਹਨੂੰ ਅਸੀਂ 에ਅਰ ਕੁਸ਼ਨ ਰਿਸਟ੍ਰੇਂਟ ਸਿਸਟਮ ਵੀ ਕਹਿੰਦੇ ਹਾਂ। ਅਲੱਗ ਅਲੱਗ ਨਾਮ ਨੇ 에ਅਰ ਬੈਗ ਦੇ, ਅਸੀਂ ਕਿਸੇ ਵੀ ਨਾਮ ਤੋਂ 에ਅਰ ਬੈਗ ਨੂੰ ਜਾਣ ਸਕਦੇ ਹਾਂ। ਚਾਹੇ ਅਸੀਂ SRS ਕਹਿ ਲਈਏ, ਚਾਹੇ ਸੈਕੰਡਰੀ ਰਿਸਟ੍ਰੇਂਟ ਸਿਸਟਮ ਕਹਿ ਲਈਏ, ਚਾਹੇ ਸਪਲੀਮੈਂਟਰੀ ਰਿਸਟ੍ਰੇਂਟ ਸਿਸਟਮ ਕਹਿ ਲਈਏ, ਕੋਈ ਵੀ ਸਿਸਟਮ ਅਸੀਂ ਇਹਨੂੰ ਕਹਿ ਸਕਦੇ ਹਾਂ, ਜਾਂ ਅਸੀਂ ਇਹਨੂੰ 에ਅਰ ਕੁਸ਼ਨ ਰਿਸਟ੍ਰੇਂਟ ਸਿਸਟਮ ਵੀ ਕਹਿ ਸਕਦੇ ਹਾਂ। 에ਅਰ ਬੈਗ ਹੈ ਕੀ ਕਹਿੰਦੇ ਹੋ? ਇਟ ਇਜ਼ ਏ ਫਲੈਕਸੀਬਲ ਮੈਂਬਰੇਨ ਔਰ ਇਨਵੈਲਪ ਇਨਫਲੈਟੇਬਲ ਟੂ ਕੰਟੇਨ ਸਮ ਅਦਰ। 에ਅਰ ਬੈਗ ਕੀ ਹੈ? ਇਟ ਇਜ਼ ਏ ਫਲੈਕਸੀਬਲ ਮੈਂਬਰੇਨ ਔਰ ਇਨਵੈਲਪ। ਇਹ ਇੱਕ ਫਲੈਕਸੀਬਲ ਬੈਗ ਹੈ, ਬੈਗ ਕਹਿ ਲਓ, ਇਨਵੈਲਪ ਕਹਿ ਲਓ, ਜਾਂ ਮੈਂਬਰੇਨ ਕਹਿ ਲਓ, ਕੋਈ ਵੀ ਚੀਜ਼ ਆਪਾਂ ਕਹਿ ਸਕਦੇ ਹਾਂ ਇਹਨੂੰ। ਇੱਕ ਫਲੈਕਸੀਬਲ ਬੈਗ ਹੈ, ਸਿੰਪਲ ਜੀ ਗੱਲ ਆਪਾਂ ਕਹਿੰਦੇ ਹਾਂ, ਇੱਕ ਫਲੈਕਸੀਬਲ ਬੈਗ ਹੈ ਜਾਂ ਇਨਵੈਲਪ ਹੈ। ਇਨਫਲੈਟੇਬਲ ਟੂ ਕੰਟੇਨ ਔਰ ਸਮ ਅਦਰ, ਜਿਹਨੂੰ ਅਸੀਂ ਫਲੈਟ ਕਰ ਸਕਦੇ ਹਾਂ, ਟੂ ਕੰਟੇਨ ਔਰ ਸਮ ਅਦਰ, ਜਿਹਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ 에ਅਰ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਗੈਸ ਨੂੰ ਫਿਲ ਕਰ ਸਕਦੇ ਹਾਂ। 에ਅਰ ਬੈਗ ਕੀ ਹੈ? 에ਅਰ ਬੈਗ ਇੱਕ ਫਲੈਕਸੀਬਲ ਮੈਂਬਰੇਨ ਹੈ ਜਾਂ ਇੱਕ ਇਨਵੈਲਪ ਹੈ, ਜਿਹਨੂੰ ਅਸੀਂ ਇਨਫਲੇਟ ਕਰ ਸਕਦੇ ਹਾਂ, ਫੁਲਾ ਸਕਦੇ ਹਾਂ। ਇਨਫਲੇਸ਼ਨ ਤੁਸੀਂ ਪੜ੍ਹਿਆ। ਇਨਫਲੇਟ ਅਤੇ ਡੀਫਲੇਟ ਕੀ ਹੁੰਦਾ? ਜਦੋਂ ਅਸੀਂ ਕਿਸੇ ਚੀਜ਼ ਨੂੰ ਉਹਦੇ 'ਚ 에ਅਰ ਫਿਲ ਕਰ ਸਕੀਏ, ਉਹਨੂੰ ਅਸੀਂ ਕਹਿੰਦੇ ਹਾਂ ਇਨਫਲੇਟ ਕਰਨਾ। ਉਹ ਚੀਜ਼ ਜਿਹਦੇ 'ਚ 에ਅਰ ਫਿਲ ਕੀਤੀ ਜਾ ਸਕੇ ਉਹ ਇਨਫਲੇਟੇਬਲ ਹੁੰਦੀ ਹੈ। ਇਹ ਜਿਹੜਾ 에ਅਰ ਬੈਗ ਹੈ ਇਨਫਲੇਟੇਬਲ ਹੈ, ਇਹਦੇ 'ਚ ਅਸੀਂ 에ਅਰ ਫਿਲ ਕਰ ਸਕਦੇ ਹਾਂ ਜਾਂ ਕੋਈ ਹੋਰ ਚੀਜ਼ ਵੀ ਫਿਲ ਕਰ ਸਕਦੇ ਹਾਂ। ਜ਼ਰੂਰੀ ਨਹੀਂ 에ਅਰ ਫਿਲ ਕਰਨੀ ਹੈ, ਗੈਸ ਵੀ ਫਿਲ ਕਰ ਸਕਦੇ ਹਾਂ। 에ਅਰ ਬੈਗਸ ਆਰ ਮੋਸਟ ਕਾਮਨਲੀ ਯੂਜ਼ਡ ਫॉर ਕੁਸ਼ਨਿੰਗ ਇਨ ਦੀ ਕੇਸ ਆਫ ਐਨ ਆਟੋਮੋਬਾਈਲ। ਜੇ ਅਸੀਂ ਆਟੋਮੋਬਾਈਲ ਦੀ ਗੱਲ ਕਰਦੇ ਹਾਂ, ਆਟੋਮੋਬਾਈਲ ਦੇ ਵਿੱਚ 에ਅਰ ਬੈਗ ਨੂੰ ਸਿਰਫ ਤੇ ਸਿਰਫ ਕੁਸ਼ਨਿੰਗ ਲਈ ਯੂਜ਼ ਕੀਤਾ ਜਾਂਦਾ ਹੈ। ਕੁਸ਼ਨ ਤੁਸੀਂ ਸਮਝਦੇ ਹੋ, ਜਦੋਂ ਵੀ ਕੋਈ ਐਕਸੀਡੈਂਟ ਹੋਏਗਾ ਅਸੀਂ ਸਿੱਧਾ ਗੱਡੀ ਦੇ ਵਿੱਚ ਜਾ ਕੇ ਨਾ ਵੱਜੀਏ, ਗੱਡੀ ਦੇ ਇੰਟੀਰੀਅਰ ਪਾਰਟਸ ਦੇ ਵਿੱਚ ਜਾ ਕੇ ਨਾ ਵੱਜੀਏ। ਸਾਨੂੰ ਉਹਦੇ ਤੋਂ ਬਚਾਉਣ ਦੇ ਲਈ ਜਿਹੜਾ ਅਸੀਂ ਕੁਸ਼ਨ ਯੂਜ਼ ਕਰਦੇ ਪਏ ਹਾਂ, ਜਿਹੜਾ ਅਸੀਂ ਇਨਵੈਲਪ ਯੂਜ਼ ਕਰਦੇ ਪਏ ਹਾਂ, ਜਿਹੜਾ ਅਸੀਂ ਬੈਗ ਯੂਜ਼ ਕਰਦੇ ਪਏ ਹਾਂ, ਉਹਨੂੰ ਅਸੀਂ ਕਹਿੰਦੇ ਹਾਂ 에ਅਰ ਬੈਗ। ਉਹਨੂੰ ਅਸੀਂ 에ਅਰ ਬੈਗ ਦਾ ਨਾਮ ਦਿੰਦੇ ਹਾਂ। ਤੋ 에ਅਰ ਬੈਗ ਕੀ ਹੋ ਗਿਆ? ਇੱਕ ਤਰ੍ਹਾਂ ਦਾ ਇੱਕ ਇਨਵੈਲਪ ਹੋ ਗਿਆ ਜਾਂ ਫਿਰ ਬੈਗ ਹੋ ਗਿਆ ਜਿਹੜਾ ਇਨਫਲੇਟੇਬਲ ਹੈ, ਜਿਹਦੇ ਅੰਦਰ ਅਸੀਂ 에ਅਰ ਨੂੰ ਫਿਲ ਕਰ ਸਕਦੇ ਹਾਂ, ਅਤੇ ਜਿਹਦੇ 'ਚ 에ਅਰ ਤੋਂ ਇਲਾਵਾ ਅਸੀਂ ਕੋਈ ਗੈਸ ਵੀ ਫਿਲ ਕਰ ਸਕਦੇ ਹਾਂ। ਕੰਮ ਕੀ ਹੈ ਇਹਨਾਂ ਦਾ? ਕੰਮ ਹੈ ਜੀ, ਆਟੋਮੋਬਾਈਲ ਦੇ ਵਿੱਚ ਜਦੋਂ ਵੀ ਕੋਈ ਐਕਸੀਡੈਂਟ ਵਗੈਰਾ ਹੋਏਗਾ ਉਦੋਂ ਇਹਨਾਂ ਨੇ ਕੁਸ਼ਨ ਦਾ ਕੰਮ ਕਰਨਾ ਹੈ। ਅੱਗੋਂ ਆ ਗਿਆ ਜੀ 에ਅਰ ਬੈਗ ਡਿਜ਼ਾਈਨ। 에ਅਰ ਬੈਗ ਡਿਜ਼ਾਈਨ ਦੇ ਵਿੱਚ ਉਹ ਕੀ ਕਹਿੰਦੇ ਨੇ ਵੀ ਜਿਹੜਾ 에ਅਰ ਬੈਗ ਸਿਸਟਮ ਹੈ ਉਹਦੇ ਵਿੱਚ 3 ਬੇਸਿਕ ਪਾਰਟਸ ਨੇ। ਹਰ 에ਅਰ ਬੈਗ ਸਿਸਟਮ ਦੇ ਵਿੱਚ 3 ਬੇਸਿਕ ਪਾਰਟਸ ਲੱਗੇ ਹੋਣਗੇ। ਸਭ ਤੋਂ ਪਹਿਲਾਂ ਜਿਹੜਾ ਹੋਏਗਾ ਉਹ ਹੋਏਗਾ 에ਅਰ ਬੈਗ ਮੋਡਿਊਲ, ਸੈਕਿੰਡ ਹੋਏਗਾ ਕ੍ਰੈਸ਼ ਸੈਂਸਰ, ਥਰਡ ਹੋਏਗਾ ਡਾਇਗਨੋਸਟਿਕ ਯੂਨਿਟ। ਸਭ ਤੋਂ ਪਹਿਲੇ ਉਹਨਾਂ ਨੇ ਕੀ ਕਿਹਾ ਜੀ? 에ਅਰ ਬੈਗ ਮੋਡਿਊਲ, ਠੀਕ ਹੈ ਜੀ। ਸੈਕਿੰਡ ਹੈ ਜੀ ਕ੍ਰੈਸ਼ ਸੈਂਸਰ, ਥਰਡ ਹੈ ਜੀ ਡਾਇਗਨੋਸਟਿਕ ਯੂਨਿਟ। ਤਿੰਨਾਂ ਬਾਰੇ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ 에ਅਰ ਬੈਗ ਮੋਡਿਊਲ ਦੀ, ਫਿਰ ਆਪਾਂ ਗੱਲ ਕਰਾਂਗੇ ਕ੍ਰੈਸ਼ ਸੈਂਸਰ ਦੀ, ਫਿਰ ਆਪਾਂ ਗੱਲ ਕਰਾਂਗੇ ਡਾਇਗਨੋਸਟਿਕ ਯੂਨਿਟ ਦੀ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ 에ਅਰ ਬੈਗ ਮੋਡਿਊਲ ਦੀ। 에ਅਰ ਬੈਗ ਮੋਡਿਊਲ ਦੇ ਵਿੱਚ ਉਹ ਕੀ ਕਹਿੰਦੇ ਨੇ? ਸਮ ਸਿਸਟਮਸ may also have an on off switch which allows the airbag to be deactivated। ਕਹਿੰਦੇ ਕਈਆਂ ਗੱਡੀਆਂ ਦੇ ਵਿੱਚ ਕੀ ਹੁੰਦਾ ਹੈ, 에ਅਰ ਬੈਗ ਨੂੰ ਔਨ ਜਾਂ ਆਫ ਕਰਨ ਦੇ ਲਈ ਸਵਿਚ ਲੱਗੇ ਹੁੰਦੇ ਨੇ। ਅਸੀਂ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ 에ਅਰ ਬੈਗ ਸਿਸਟਮ ਨੂੰ ਔਨ ਵੀ ਕਰ ਸਕਦੇ ਹਾਂ ਅਤੇ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ 에ਅਰ ਬੈਗ ਸਿਸਟਮ ਨੂੰ ਆਫ ਵੀ ਕਰ ਸਕਦੇ ਹਾਂ। ਮਤਲਬ ਆਪਾਂ ਆਪਣੀ ਮਰਜ਼ੀ ਦੇ ਨਾਲ 에ਅਰ ਬੈਗ ਸਿਸਟਮ ਜਦ ਮਰਜ਼ੀ ਡੀਐਕਟੀਵੇਟ ਵੀ
ਕਰ ਸਕਦੇ ਹਾਂ ਗੱਡੀਆਂ ਦੇ ਵਿੱਚ। ਸਮ ਸਿਸਟਮ, ਹਰ ਗੱਡੀ 'ਚ ਨਹੀਂ, ਕਈਆਂ ਗੱਡੀਆਂ ਦੇ ਵਿੱਚ ਇਹ ਸਵਿਚ ਲੱਗਾ ਹੁੰਦਾ ਔਨ ਆਫ ਵਾਲਾ। ਮੋਸਟਲੀ ਸਾਰੀਆਂ ਗੱਡੀਆਂ ਦੇ ਵਿੱਚ ਏਅਰ ਬੈਗ ਸਿਸਟਮ ਹਮੇਸ਼ਾ ਔਨ ਹੀ ਰਹਿੰਦਾ ਹੈ। ਤੇ ਜਿੰਨਾ ਗੱਡੀਆਂ ਦੇ ਵਿੱਚ ਇਹ ਬਟਨ ਲੱਗਾ ਹੋਏਗਾ ਔਨ ਆਫ ਦਾ, ਉਹਦਾ ਕੰਮ ਕੀ ਹੋਏਗਾ, ਆਪਾਂ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਔਨ ਜਾਂ ਆਫ ਕਰ ਸਕੀਏ ਕਿਸੇ ਵੀ ਏਅਰ ਬੈਗ ਸਿਸਟਮ ਨੂੰ। ਦੀ ਏਅਰ ਬੈਗ ਮੋਡਿਊਲ ਕੰਟੇਨਸ ਐਨ ਇਨਫਲੇਟਰ ਯੂਨਿਟ ਐਂਡ ਦੀ ਲਾਈਟ ਵੇਟ ਫੈਬਰਿਕ ਬੈਗ। ਜਿਹੜਾ ਅਸੀਂ ਸਭ ਤੋਂ ਪਹਿਲੇ ਪੜ੍ਹਿਆ ਸੀਗਾ ਏਅਰ ਬੈਗ ਮੋਡਿਊਲ, ਜਿਹਨੂੰ ਅਸੀਂ ਏਅਰ ਬੈਗ ਮੋਡਿਊਲ ਕਹਿੰਦੇ ਸੀਗੇ, ਉਸ ਏਅਰ ਬੈਗ ਮੋਡਿਊਲ ਦੇ ਵਿੱਚ ਕੀ ਕੀ ਆਉਂਦਾ ਹੈ? ਏਅਰ ਬੈਗ ਮੋਡਿਊਲ ਦੇ ਵਿੱਚ ਆਉਂਦਾ ਹੈ ਐਨ ਇਨਫਲੇਟਰ ਯੂਨਿਟ, ਇੱਕ ਇਨਫਲੇਟਰ ਯੂਨਿਟ ਆਏਗਾ। ਇਨਫਲੇਟਰ ਯੂਨਿਟ ਦਾ ਮਤਲਬ ਕੀ ਹੋਏਗਾ? ਜਿਹੜੀ ਚੀਜ਼ ਨੇ ਏਅਰ ਬੈਗ ਨੂੰ ਇਨਫਲੇਟ ਕਰਨਾ ਹੈ, ਏਅਰ ਬੈਗ ਦੇ ਵਿੱਚ ਹਵਾ ਭਰਨੀ ਹੈ, ਉਹ ਜਿਹੜਾ ਉਹ ਏਅਰ ਬੈਗ ਮੋਡਿਊਲ ਦੇ ਵਿੱਚ ਆਏਗਾ ਇਨਫਲੇਟਰ ਯੂਨਿਟ। ਦੂਜੀ ਜਿਹੜੀ ਚੀਜ਼ ਏਅਰ ਬੈਗ ਮੋਡਿਊਲ ਦੇ ਵਿੱਚ ਆਏਗੀ ਉਹ ਹੋਏਗਾ ਲਾਈਟ ਵੇਟ ਫੈਬਰਿਕ ਏਅਰ ਬੈਗ। ਇੱਕ ਲਾਈਟ ਵੇਟ ਮਟੀਰੀਅਲ ਦਾ, ਫੈਬਰਿਕ ਦਾ, ਕੱਪੜੇ ਦਾ ਬਣਿਆ ਹੋਇਆ ਏਅਰ ਬੈਗ। ਦੋ ਚੀਜ਼ਾਂ ਆ ਗਈਆਂ ਏਅਰ ਬੈਗ ਮੋਡਿਊਲ ਦੇ ਵਿੱਚ। ਨੰਬਰ 1 ਇਨਫਲੇਟਰ ਯੂਨਿਟ, ਉਹ ਚੀਜ਼ ਜਿਹਨੇ ਹਵਾ ਭਰਨੀ ਹੈ, ਤੇ ਦੂਜਾ ਕੀ ਆ ਗਿਆ? ਲਾਈਟ ਵੇਟ ਫੈਬਰਿਕ ਏਅਰ ਬੈਗ। ਹਲਕੇ, ਮਤਲਬ ਜ਼ਿਆਦਾ ਭਾਰਾ ਨਹੀਂ ਹੋਏਗਾ, ਐਦਾਂ ਦਾ ਮਟੀਰੀਅਲ ਆਪਾਂ ਯੂਜ਼ ਕਰਾਂਗੇ ਫੈਬਰਿਕ ਦਾ ਜਿਹੜਾ ਹਲਕਾ ਹੋਵੇ, ਤੇ ਉਹ ਐਜ਼ ਏ ਏਅਰ ਬੈਗ ਯੂਜ਼ ਕੀਤਾ ਜਾਏਗਾ। ਦੀ ਇਨਫਲੇਟਰ ਯੂਨਿਟ ਕੰਸਿਸਟ ਆਫ ਏ ਪ੍ਰੋਪੈਲਰ। ਹੁਣ ਇਨਫਲੇਟਰ ਯੂਨਿਟ ਦੇ ਵਿੱਚ ਕੀ ਹੋਏਗਾ? ਇਨਫਲੇਟਰ ਯੂਨਿਟ ਦੇ ਵਿੱਚ ਕੀ ਹੋਏਗਾ? ਇੱਕ ਪ੍ਰੋਪੈਲੈਂਟ ਗੈਸ ਹੋਏਗੀ, ਇੱਕ ਪ੍ਰੋਪੈਲੈਂਟ ਹੋਏਗਾ ਵਿਚ ਪ੍ਰੋਡਿਊਸਿਸ ਗੈਸ ਵਿਦ ਦੀ ਹੈਲਪ ਆਫ ਐਨ ਇਗਨਾਈਟਰ। ਇੱਕ ਐਦਾਂ ਦਾ ਕੈਮੀਕਲ ਪਾਇਆ ਹੋਏਗਾ ਜਿਹੜਾ ਪ੍ਰੋਪੈਲੈਂਟ ਵਾਂਗ ਕੰਮ ਕਰੇਗਾ। ਜਦੋਂ ਅਸੀਂ ਉਹਨੂੰ ਇਗਨਾਈਟ ਕਰਾਂਗੇ, ਅੱਗ ਲਗਾਵਾਂਗੇ ਕਿਸੇ ਵੀ ਚੀਜ਼ ਦੇ ਨਾਲ, ਤੇ ਉਹ ਇੱਕਦਮ ਬੜੀ ਸਪੀਡ ਤੇ ਗੈਸ ਪ੍ਰੋਡਿਊਸ ਕਰੇਗਾ, ਉਹਨੂੰ ਅਸੀਂ ਕਹਿੰਦੇ ਹਾਂ ਪ੍ਰੋਪੈਲੈਂਟ। ਦੀ ਇਨਫਲੇਟਰ ਯੂਨਿਟ ਕੰਸਿਸਟ ਆਫ ਏ ਪ੍ਰੋਪੈਲੈਂਟ ਵਿਚ ਪ੍ਰੋਡਿਊਸਿਸ ਗੈਸ ਵਿਦ ਦੀ ਹੈਲਪ ਆਫ ਇਗਨਾਈਟਰ। ਜਿੱਦਾਂ ਹੀ ਅਸੀਂ ਇਗਨਾਈਟ ਕਰਾਂਗੇ ਪ੍ਰੋਪੈਲੈਂਟ ਨੂੰ, ਉਸੇ ਟਾਈਮ ਇੱਕ ਗੈਸ ਪ੍ਰੋਡਿਊਸ ਹੋਏਗੀ। ਉਸ ਜਿਹੜਾ ਪ੍ਰੋਪੈਲੈਂਟ ਹੈ ਉਹਨੂੰ ਇਗਨਾਈਟ ਕਰਨ ਦੇ ਲਈ ਇਗਨਾਈਟਰ ਹੋਣਾ ਚਾਹੀਦਾ। ਇਗਨਾਈਟਰ ਮਤਲਬ ਜਿੱਦਾਂ ਆਪਾਂ ਗੈਸ ਬਾਲਦੇ ਹਾਂ, ਸਾਨੂੰ ਗੈਸ ਬਾਲਣ ਦੇ ਲਈ ਲਾਈਟਰ ਦੀ ਲੋੜ ਪੈਂਦੀ ਨਾ, ਲਾਈਟਰ ਸਾਡੇ ਲਈ ਇਗਨਾਈਟਰ ਦਾ ਕੰਮ ਕਰਦਾ ਹੈ। ਉੱਦਾਂ ਹੀ ਏਅਰ ਬੈਗ ਦੇ ਵਿੱਚ ਕੀ ਹੋਏਗਾ? ਜਿਹੜਾ ਪ੍ਰੋਪੈਲੈਂਟ ਹੈ ਉਹਨੂੰ ਵੀ ਇਗਨਾਈਟ ਕਰਨ ਦੇ ਲਈ ਇੱਕ ਇਗਨਾਈਟਰ ਦੀ ਲੋੜ ਪਏਗੀ। ਦੀ ਡਰਾਈਵਰ ਏਅਰ ਬੈਗ ਮੋਡਿਊਲ ਇਜ਼ ਸਿਚੁਏਟਿਡ ਇਨ ਦੀ ਸਟੀਅਰਿੰਗ ਵੀਲ ਹਬ ਐਂਡ ਦੀ ਪੈਸੇਂਜਰ ਏਅਰ ਬੈਗ ਮੋਡਿਊਲ ਇਜ਼ ਸਿਚੁਏਟਿਡ ਇਨ ਦੀ ਇੰਸਟਰੂਮੈਂਟ ਪੈਨਲ। ਜੇ ਆਪਾਂ ਗੱਲ ਕਰਦੇ ਹਾਂ ਡਰਾਈਵਰ ਏਅਰ ਬੈਗ ਮੋਡਿਊਲ ਦੀ, ਫਰੰਟ ਸਾਈਡ ਤੇ ਦੋ ਏਅਰ ਬੈਗ ਮੋਡਿਊਲ ਹੋਣਗੇ, ਡਰਾਈਵਰ ਦਾ ਅਲੱਗ ਹੋਏਗਾ, ਪੈਸੇਂਜਰ ਦਾ ਅਲੱਗ ਹੋਏਗਾ। ਜਿਹੜਾ ਡਰਾਈਵਰ ਦਾ ਏਅਰ ਬੈਗ ਮੋਡਿਊਲ ਹੋਏਗਾ ਨਾ, ਉਹ ਹੋਏਗਾ ਸਟੀਅਰਿੰਗ ਸਿਸਟਮ ਦੀ ਹੱਬ ਦੇ ਵਿੱਚ। ਜਿਹੜਾ ਸਟੀਅਰਿੰਗ ਵੀਲ ਲੱਗਾ ਹੁੰਦਾ ਉਹਦੇ ਸੈਂਟਰ ਦੇ ਵਿੱਚ ਜਿਹੜੀ ਹੱਬ ਹੈ, ਜਿੱਥੋਂ ਅਸੀਂ ਹੌਰਨ ਪ੍ਰੈਸ ਕਰਦੇ ਹਾਂ, ਉਹਦੇ ਨੀਚੇ ਜਿਹੜਾ ਏਅਰ ਬੈਗ ਹੈ ਉਹਨੂੰ ਫਿੱਟ ਕੀਤਾ ਜਾਂਦਾ ਹੈ। ਤੇ ਜੇ ਪੈਸੇਂਜਰ ਵਾਲੀ ਸਾਈਡ ਤੇ ਗੱਲ ਕਰਦੇ ਹਾਂ, ਪੈਸੇਂਜਰ ਵਾਲੀ ਸਾਈਡ ਤੇ ਜਿਹੜਾ ਏਅਰ ਬੈਗ ਹੈ ਉਹ ਇੰਸਟਰੂਮੈਂਟ ਪੈਨਲ ਦੇ ਵਿੱਚ ਲੱਗਾ ਹੁੰਦਾ, ਜਿਹਨੂੰ ਅਸੀਂ ਡੈਸ਼ਬੋਰਡ ਕਹਿੰਦੇ ਹਾਂ। ਡੈਸ਼ਬੋਰਡ ਦੇ ਵਿੱਚ ਜਿਹੜਾ ਇੰਸਟਰੂਮੈਂਟ ਪੈਨਲ ਹੈ ਉਹਦੇ ਵਿੱਚ ਏਅਰ ਬੈਗ ਮੋਡਿਊਲ ਫਿੱਟ ਹੋਏਗਾ ਪੈਸੇਂਜਰ ਸਾਈਡ ਵਾਲਾ। ਮਤਲਬ ਫਰੰਟ ਸਾਈਡ ਤੇ ਦੋ ਏਅਰ ਬੈਗ ਮੋਡਿਊਲ ਹੋਣਗੇ। ਜਿਹੜਾ ਪੈਸੇਂਜਰ ਸਾਈਡ ਤੇ ਹੋਏਗਾ ਉਹ ਇੰਸਟਰੂਮੈਂਟ ਪੈਨਲ ਦੇ ਵਿੱਚ ਹੋਏਗਾ, ਡੈਸ਼ਬੋਰਡ ਦੇ ਵਿੱਚ ਹੋਏਗਾ, ਤੇ ਜਿਹੜਾ ਡਰਾਈਵਰ ਦਾ ਹੋਏਗਾ ਉਹ ਸਟੀਅਰਿੰਗ ਵੀਲ ਦੇ ਵਿੱਚ ਹੋਏਗਾ। ਵੈਨ ਫੁੱਲੀ ਇਨਫਲੇਟਿਡ ਦੀ ਡਰਾਈਵਰ ਏਅਰ ਬੈਗ ਇਜ਼ ਅਪਰੋਕਸੀਮੇਟਲੀ ਡਾਇਆਮੀਟਰ ਆਫ ਐਜ਼ ਲਾਰਜ ਸ਼ੋਨ ਇਨ ਫਿਗਰ। ਕਹਿੰਦੇ ਜਦੋਂ ਡਰਾਈਵਰ ਵਾਲੀ ਸਾਈਡ ਦਾ ਏਅਰ ਬੈਗ ਪੂਰੀ ਤਰ੍ਹਾਂ ਇਨਫਲੇਟ ਹੋਏਗਾ ਤੇ ਉਹਦਾ ਡਾਇਆਮੀਟਰ ਇੰਨਾ ਕੁ ਵੱਡਾ ਹੋਏਗਾ ਜਿੰਨਾ ਅਸੀਂ ਫਿਗਰ ਦੇ ਵਿੱਚ ਦਿਖਾਇਆ। ਤੁਹਾਨੂੰ ਫਿਗਰ ਦੇਖ ਕੇ ਕਲੀਅਰ ਹੁੰਦਾ ਹੋਏਗਾ ਵੀ ਡਰਾਈਵਰ ਸਾਈਡ ਦਾ ਜਿਹੜਾ ਏਅਰ ਬੈਗ ਹੈ ਉਹ ਜਦੋਂ ਇਨਫਲੇਟ ਹੋਏਗਾ ਤੇ ਕਿੰਨੀ ਸਪੇਸ ਉਹ ਕਵਰ ਕਰੇਗਾ। ਮਤਲਬ ਪੂਰੀ ਚੈਸਟ ਡਰਾਈਵਰ ਦੀ, ਪੂਰਾ ਫੇਸ ਡਰਾਈਵਰ ਦਾ ਸਾਰਾ ਕਵਰ ਕਰ ਲਿਆ ਏਅਰ ਬੈਗ ਨੇ। ਇੰਨਾ ਜ਼ਿਆਦਾ ਡਾਇਆਮੀਟਰ ਹੋਏਗਾ ਏਅਰ ਬੈਗ ਦਾ ਜਿਹੜਾ ਅਸੀਂ ਡਰਾਈਵਰ ਸਾਈਡ ਤੇ ਯੂਜ਼ ਕਰਾਂਗੇ। ਅੱਗੋਂ ਕੀ ਕਹਿੰਦੇ? ਦੀ ਪੈਸੇਂਜਰ ਏਅਰ ਬੈਗ ਮੇ ਬੀ 2 to 3 times ਲਾਰਜਰ ਸਿੰਸ ਦੀ ਡਿਸਟੈਂਸ ਬਿਟਵੀਨ ਦੀ ਰਾਈਟ ਫਰੰਟ ਪੈਸੇਂਜਰ ਐਂਡ ਦੀ ਇੰਸਟਰੂਮੈਂਟ ਪੈਨਲ ਇਜ਼ ਮਚ ਗ੍ਰੇਟਰ ਦੈਨ ਦੀ ਡਿਸਟੈਂਸ ਬਿਟਵੀਨ ਦੀ ਡਰਾਈਵਰ ਐਂਡ ਦੀ ਸਟੀਅਰਿੰਗ ਵੀਲ। ਜੇ ਆਪਾਂ ਗੱਲ ਕਰਦੇ ਹਾਂ ਹੁਣ ਜਿਹੜਾ ਪੈਸੇਂਜਰ ਸਾਈਡ ਤੇ ਜਿਹੜਾ ਏਅਰ ਬੈਗ ਸੀਗਾ, ਅਸੀਂ ਪਹਿਲੇ ਗੱਲ ਕੀਤੀ ਵੀ ਡਰਾਈਵਰ ਸਾਈਡ ਦਾ ਜਿਹੜਾ ਏਅਰ ਬੈਗ ਹੋਏਗਾ ਨਾ ਉਹ ਵੱਡਾ ਹੋਏਗਾ। ਕਿੰਨਾ ਵੱਡਾ ਹੋਏਗਾ ਉਹ ਤੁਹਾਨੂੰ ਡਾਇਗਰਾਮ, ਇੱਕ ਇਮੇਜ ਦਿਖਾਤੀ, ਇੱਕ ਫੋਟੋ ਦਿਖਾਤੀ, ਉੱਥੋਂ ਕਲੀਅਰ ਹੋ ਗਿਆ ਵੀ ਕਿੰਨਾ ਵੱਡਾ ਹੋਏਗਾ। ਹੁਣ ਗੱਲ ਕਰਦੇ ਹੋ ਪੈਸੇਂਜਰ ਸਾਈਡ ਦੀ। ਕਹਿੰਦੇ ਜਿਹੜਾ ਪੈਸੇਂਜਰ ਸਾਈਡ ਦਾ ਏਅਰ ਬੈਗ ਹੋਏਗਾ ਨਾ, ਉਹ ਡਰਾਈਵਰ ਸਾਈਡ ਵਾਲੇ ਏਅਰ ਬੈਗ ਨਾਲ ਵੀ 2 ਤੋਂ ਲੈ ਕੇ 3 ਗੁਣਾ ਵੱਡਾ ਹੋਏਗਾ। ਕਿਉਂ ਵੱਡਾ ਹੋਏਗਾ? ਕਿਉਂਕਿ ਜਦੋਂ ਡਰਾਈਵਰ ਨੇ ਗੱਡੀ ਡਰਾਈਵ ਕਰਨੀ ਨਾ, ਉਹਦੇ ਵਿਚਕਾਰ ਤੇ ਸਟੀਅਰਿੰਗ ਸਿਸਟਮ ਦੇ ਵਿਚਕਾਰ, ਸਟੀਅਰਿੰਗ ਵੀਲ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਘੱਟ ਰਹਿੰਦਾ ਹੈ।
ਮਤਲਬ ਡਰਾਈਵਰ ਅਪਰੋਕਸੀਮੇਟਲੀ ਸਟੀਅਰਿੰਗ ਵੀਲ ਦੇ ਕੋਲ ਹੀ ਹੁੰਦਾ ਹੈ। ਤੇ ਜੇ ਆਪਾਂ ਗੱਲ ਕਰਦੇ ਹਾਂ ਜਿਹੜਾ ਡਰਾਈਵਰ ਦੇ ਨਾਲ ਬੈਠਾ ਹੈ, ਪੈਸੇਂਜਰ ਬੈਠਾ ਹੈ, ਉਹਦੇ ਵਿਚਕਾਰ ਤੇ ਅੱਗੇ ਡੈਸ਼ਬੋਰਡ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਜ਼ਿਆਦਾ ਹੈ। ਸਿੰਪਲ ਜੀ ਗੱਲ ਹੈ, ਡਰਾਈਵਰ ਤੇ ਸਟੀਅਰਿੰਗ ਵੀਲ ਦੇ ਵਿਚਕਾਰ ਜਿਹੜਾ ਡਿਸਟੈਂਸ ਹੋਏਗਾ ਉਹ ਘੱਟ ਹੋਏਗਾ। ਤੇ ਜੇ ਆਪਾਂ ਦੂਜੀ ਸਾਈਡ ਤੇ ਗੱਲ ਕਰਦੇ ਹਾਂ, ਜਿਹੜਾ ਡਰਾਈਵਰ ਦੇ ਨਾਲ ਪੈਸੇਂਜਰ ਬੈਠਾ ਹੈ ਉਹਦੇ ਵਿਚਕਾਰ, ਇੱਥੋਂ ਇੱਕ ਗੱਲ ਕਲੀਅਰ ਹੋ ਗਈ ਵੀ ਜਿਹੜਾ ਪੈਸੇਂਜਰ ਵਾਲਾ 에ਅਰ ਬੈਗ ਹੈ ਉਹਦਾ ਸਾਈਜ਼ ਜਿਹੜਾ ਹੋਏਗਾ ਉਹ ਜ਼ਿਆਦਾ ਵੱਡਾ ਹੋਏਗਾ। ਜਿਹੜਾ ਡਰਾਈਵਰ ਵਾਲਾ 에ਅਰ ਬੈਗ ਹੈ ਉਹਦਾ ਸਾਈਜ਼ ਇੰਨਾ ਵੱਡਾ ਨਹੀਂ ਹੋਏਗਾ, ਉਹਦਾ ਸਾਈਜ਼ ਥੋੜ੍ਹਾ ਛੋਟਾ ਹੋਏਗਾ ਪੈਸੇਂਜਰ ਵਾਲੇ 에ਅਰ ਬੈਗ ਨਾਲੋਂ। ਰੀਜ਼ਨ ਕੀ ਸੀਗਾ? ਡਿਸਟੈਂਸ ਬਿਟਵੀਨ ਦੀ ਸਟੀਅਰਿੰਗ ਵੀਲ ਐਂਡ ਡਰਾਈਵਰ ਐਂਡ ਡਿਸਟੈਂਸ ਬਿਟਵੀਨ ਦੀ ਇੰਸਟਰੂਮੈਂਟ ਪੈਨਲ ਔਰ ਡੈਸ਼ਬੋਰਡ ਐਂਡ ਪੈਸੇਂਜਰ। ਅੱਗੋਂ ਕੀ ਕਹਿੰਦੇ ਜੀ, ਦੀ ਕ੍ਰੈਸ਼ ਸੈਂਸਰਸ ਆਰ ਸਿਚੁਏਟਿਡ ਈਦਰ ਇਨ ਦੀ ਫਰੰਟ ਆਫ ਦੀ ਵਹੀਕਲ ਔਰ ਇਨ ਦੀ ਪੈਸੇਂਜਰ ਕੰਪਾਰਟਮੈਂਟ। ਜੇ ਅਸੀਂ ਕ੍ਰੈਸ਼ ਸੈਂਸਰ ਦੀ ਗੱਲ ਕਰਦੇ ਹਾਂ, ਜਿਹੜਾ ਕ੍ਰੈਸ਼ ਸੈਂਸਰ ਹੋਏਗਾ ਉਹ ਕਿੱਥੇ ਸਿਚੁਏਟ ਹੋਏਗਾ? ਉਹ ਜਾਂ ਤਾਂ ਫਰੰਟ ਸਾਈਡ ਤੇ ਹੋਏਗਾ ਵਹੀਕਲ ਦੇ, ਜਾਂ ਫਿਰ ਪੈਸੇਂਜਰ ਕੰਪਾਰਟਮੈਂਟ ਦੇ ਵਿੱਚ ਹੋਏਗਾ। ਜਿੱਥੇ ਪੈਸੇਂਜਰਸ ਬੈਠਦੇ ਨੇ ਜਾਂ ਤਾਂ ਉੱਥੇ ਹੋਏਗਾ, ਜਾਂ ਫਿਰ ਕਿੱਥੇ ਹੋਏਗਾ? ਫਰੰਟ ਸਾਈਡ ਤੇ। ਠੀਕ ਹੈ ਜੀ, ਦੋ ਜਗ੍ਹਾ ਦੱਸੀਆਂ ਉਹਨਾਂ ਨੇ ਕ੍ਰੈਸ਼ ਸੈਂਸਰ ਦੀਆਂ, ਜਾਂ ਤਾਂ ਉਹ ਫਰੰਟ ਸਾਈਡ ਤੇ ਹੋਏਗਾ ਵਹੀਕਲ ਦੇ, ਜਾਂ ਫਿਰ ਉਹ ਕਿੱਥੇ ਹੋਏਗਾ? ਪੈਸੇਂਜਰ ਕੰਪਾਰਟਮੈਂਟ ਦੇ ਵਿੱਚ ਹੋਏਗਾ। ਵਹੀਕਲਸ ਕੈਨ ਹੈਵ ਵਨ ਔਰ ਮੋਰ ਕ੍ਰੈਸ਼ ਸੈਂਸਰ। ਕਿਸੇ ਵੀ ਵਹੀਕਲ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਵੀ ਕ੍ਰੈਸ਼ ਸੈਂਸਰਸ ਹੋ ਸਕਦੇ ਨੇ। ਜ਼ਰੂਰੀ ਨਹੀਂ ਇੱਕੋ ਕ੍ਰੈਸ਼ ਸੈਂਸਰ ਦੇ ਨਾਲ ਸਾਰਾ ਵਹੀਕਲ ਸਾਡਾ ਚੱਲ ਸਕਦਾ ਹੈ, ਇੱਕ ਤੋਂ ਜ਼ਿਆਦਾ ਕ੍ਰੈਸ਼ ਸੈਂਸਰ ਵੀ ਆਪਾਂ ਲਗਾ ਸਕਦੇ ਹਾਂ। ਦੀ ਸੈਂਸਰਸ ਆਰ ਐਕਟੀਵੇਟਿਡ ਬਾਏ ਸਡਨ ਜਰਕਸ ਜਨਰੇਟਿਡ ਇਨ ਸਿਗਨੀਫਿਕੈਂਟ ਫਰੰਟਲ ਔਰ ਨੀਅਰ ਫਰੰਟਲ ਕ੍ਰੈਸ਼ਿਸ। ਜਿਹੜੇ ਸੈਂਸਰਸ ਨੇ ਉਹ ਕਦੋਂ ਐਕਟੀਵੇਟ ਹੋਣਗੇ? ਜਦੋਂ ਇੱਕਦਮ ਕੋਈ ਜਰਕ ਲੱਗੇਗਾ, ਇੱਕਦਮ ਕੋਈ ਝਟਕਾ ਲੱਗੇਗਾ, ਉਦੋਂ ਜਿਹੜੇ ਸੈਂਸਰਸ ਨੇ ਉਹ ਐਕਟੀਵੇਟ ਹੋਣਗੇ। ਤੇ ਜਿਹੜਾ ਜਰਕ ਲੱਗੇਗਾ ਉਹ ਕਦੋਂ? ਜਾਂ ਫਰੰਟ ਜਾਂ ਨੀਅਰ ਟੂ ਫਰੰਟ ਕ੍ਰੈਸ਼ਿਸ ਹੋਣਗੇ। ਇਹ ਨਹੀਂ ਵੀ ਗੱਡੀ ਦੇ ਵਿੱਚ ਕੋਈ ਪਿੱਛੋਂ ਆ ਕੇ ਮਾਰ ਜਾਵੇ ਤੇ 에ਅਰ ਬੈਗ ਸਿਸਟਮ ਜਿਹੜਾ ਉਹ ਵੀ ਖੁੱਲ ਜਾਵੇ। 에ਅਰ ਬੈਗ ਸਿਸਟਮ ਨੇ ਉਦੋਂ ਖੁੱਲਣਾ ਜਦੋਂ ਕ੍ਰੈਸ਼ ਸੈਂਸਰ ਦੇ ਲਾਗੇ ਤਾਗੇ ਕੋਈ ਜਰਕ ਲੱਗੇਗਾ। ਜੇ ਕ੍ਰੈਸ਼ ਸੈਂਸਰ ਗੱਡੀ ਦੇ ਪਿੱਛੇ ਵੀ ਲੱਗਾ ਨਾ, ਕਈਆਂ ਗੱਡੀਆਂ ਦੇ ਵਿੱਚ ਕ੍ਰੈਸ਼ ਸੈਂਸਰ ਪਿੱਛੇ ਵੀ ਲੱਗੇ ਹੁੰਦੇ ਨੇ, ਪਿੱਛੇ ਅੱਗੇ ਰਾਈਟ ਲੈਫਟ ਚਾਰੋਂ ਸਾਈਡ ਤੇ ਉਹਨਾਂ ਨੇ ਕ੍ਰੈਸ਼ ਸੈਂਸਰ ਲਗਾਏ ਹੁੰਦੇ ਨੇ। ਮਤਲਬ ਕ੍ਰੈਸ਼ ਸੈਂਸਰ ਨੂੰ ਜਦੋਂ ਜਰਕ ਮਿਲ ਗਿਆ, ਜਿੱਦਾਂ ਹੀ ਕ੍ਰੈਸ਼ ਸੈਂਸਰ ਨੂੰ ਜਰਕ ਮਿਲਿਆ ਉਸੇ ਟਾਈਮ ਇਸ ਕ੍ਰੈਸ਼ ਸੈਂਸਰ ਨੇ ਐਕਟੀਵੇਟ ਹੋ ਜਾਣਾ ਹੈ। ਸੈਂਸਰਸ ਮੇਜਰ ਦੀ ਰੇਟ ਐਟ ਵਿਚ ਦੀ ਵਹੀਕਲ ਸਲੋ ਡਾਊਨ। ਇਹ ਸੈਂਸਰ ਦਾ ਕੰਮ ਕੀ ਹੁੰਦਾ ਹੈ? ਕ੍ਰੈਸ਼ ਸੈਂਸਰ ਦਾ, ਕ੍ਰੈਸ਼ ਸੈਂਸਰ ਇਹ ਚੀਜ਼ ਮੇਜਰ ਕਰਦੇ ਨੇ ਬਈ ਵਹੀਕਲ ਦੀ ਜਿਹੜੀ ਸਪੀਡ ਹੈ ਉਹ ਕਿੰਨੀ ਰੇਟ ਤੇ ਘਟਦੀ ਪਈ ਹੈ। ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਨਾ, ਵਹੀਕਲ ਦੀ ਸਪੀਡ ਬੜੀ ਤੇਜ਼ੀ ਦੇ ਨਾਲ ਘਟਦੀ ਹੈ। ਤੁਸੀਂ ਦੇਖਿਆ ਹੀ ਹੋਏਗਾ ਵੀ ਜਦੋਂ ਵੀ ਕੋਈ ਸਪੀਡ, ਮੰਨ ਲਓ ਗੱਡੀ ਹੈ, ਕਾਰ ਹੈ, ਉਹ 100 ਦੀ ਸਪੀਡ ਤੇ ਜਾ ਰਹੀ ਹੈ, ਜਿੱਦਾਂ ਹੀ ਉਹਦਾ ਐਕਸੀਡੈਂਟ ਹੋਏਗਾ ਵਿਦਿਨ ਫਰੈਕਸ਼ਨ ਆਫ ਸੈਕਿੰਡਸ ਉਹਦੀ ਸਪੀਡ 0 ਤੱਕ ਪਹੁੰਚ ਜਾਂਦੀ ਹੈ, ਇੱਕਦਮ ਜਦੋਂ ਰੁਕ ਜਾਂਦੀ ਹੈ। ਉਦੋਂ ਜਦੋਂ ਇੰਨੀ ਜ਼ਿਆਦਾ ਡੀ ਐਕਸਲਰੇਸ਼ਨ ਸੈਂਸਰ ਨੂੰ ਮਿਲਦੀ ਹੈ ਤੇ ਸੈਂਸਰ ਕੀ ਕਰਦਾ ਹੈ? ਐਕਟੀਵੇਟ ਹੋ ਜਾਂਦਾ ਹੈ। ਸੈਂਸਰਸ ਮੇਜਰਸ ਦੀ ਰੇਟ ਐਟ ਵਿਚ ਦੀ ਵਹੀਕਲਸ ਸਲੋ ਡਾਊਨ। ਕਿਸ ਰੇਟ ਤੇ ਵਹੀਕਲ ਦੀ ਸਪੀਡ ਘਟਦੀ ਪਈ ਹੈ, ਵਹੀਕਲ ਸਲੋ ਡਾਊਨ ਜਾਂਦਾ ਪਿਆ ਹੈ, ਉਸ ਰੇਟ ਨੂੰ ਮੇਜਰ ਕਰਕੇ ਸੈਂਸਰ ਐਕਟੀਵੇਟ ਹੁੰਦਾ ਹੈ। ਦੀ ਵਹੀਕਲ ਸਪੀਡ ਐਟ ਵਿਚ ਦੀ ਸੈਂਸਰ ਐਕਟੀਵੇਟ ਦੀ 에ਅਰ ਬੈਗ ਵੇਰੀਜ਼ ਵਿਦ ਦੀ ਨੇਚਰ ਆਫ ਦੀ ਕ੍ਰੈਸ਼। ਦੀ ਵਹੀਕਲ ਸਪੀਡ ਐਟ ਵਿਚ ਦੀ ਸੈਂਸਰ ਐਕਟੀਵੇਟ ਦੀ 에ਅਰ ਬੈਗ ਵੇਰੀਜ਼ ਵਿਦ ਦੀ ਨੇਚਰ ਆਫ ਦੀ ਕ੍ਰੈਸ਼। ਹੁਣ 에ਅਰ ਬੈਗ ਨੇ ਕਿੱਦਾਂ ਖੁੱਲਣਾ, ਕਿੰਨੀ ਸਪੀਡ ਤੇ ਖੁੱਲਣਾ, ਉਹ ਡਿਪੈਂਡ ਕਰੇਗਾ ਦੀ ਵਹੀਕਲ ਸਪੀਡ ਐਟ ਵਿਚ ਦੀ ਸੈਂਸਰਸ ਐਕਟੀਵੇਟ। ਜਦੋਂ ਸੈਂਸਰ ਐਕਟੀਵੇਟ ਹੋਇਆ ਉਦੋਂ ਵਹੀਕਲ ਦੀ ਸਪੀਡ ਕਿੰਨੀ ਸੀਗੀ, ਉਸ ਹਿਸਾਬ ਦੇ ਨਾਲ ਨੇਚਰ ਆਫ ਕ੍ਰੈਸ਼ ਦੇ ਹਿਸਾਬ ਦੇ ਨਾਲ 에ਅਰ ਬੈਗ ਐਕਟੀਵੇਟ ਹੋਏਗਾ। 에ਅਰ ਬੈਗ ਦੀ ਸਪੀਡ ਜਿਹੜੀ ਹੈ ਉਹ ਉਨੀ ਹੋਏਗੀ ਇਨਫਲੇਟ ਹੋਣ ਦੀ ਜਿੰਨੀ ਸਪੀਡ ਤੇ ਸਾਡੀ ਗੱਡੀ ਦਾ ਕ੍ਰੈਸ਼ ਹੋਏਗਾ। Airbags are not designed to activate during sudden or while driving on rough and uneven surfaces। ਜਿਹੜੇ 에ਅਰ ਬੈਗ ਨੇ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਨਹੀਂ ਕੀਤਾ ਵੀ ਆਪਾਂ ਜਦੋਂ ਰਫ ਤੇ ਅਨਈਵਨ ਸਰਫੇਸ ਤੇ ਚੱਲੀਏ ਉਹ ਇਨਫਲੇਟ ਕਰ ਜਾਣ ਜਾਂ ਐਕਟੀਵੇਟ ਹੋ ਜਾਣ। ਮਤਲਬ ਜਿਵੇਂ ਆਪਾਂ ਆਫ ਰੋਡਿੰਗ ਕਰਦੇ ਹਾਂ, ਆਫ ਰੋਡਿੰਗ ਤੁਸੀਂ ਸਭ ਨੇ ਸੁਣਿਆ ਹੋਏਗਾ। ਆਫ ਰੋਡਿੰਗ ਦੇ ਵਿੱਚ ਕੀ ਹੁੰਦਾ ਹੈ, ਅਸੀਂ ਗੱਡੀ ਨੂੰ ਇੱਦਾਂ ਹੀ ਕਿਤੇ ਉੱਬੜ ਖਾਬੜ ਰਸਤੇ ਦੇ ਵਿੱਚ ਲੈ ਜਾਂਦੇ ਹਾਂ ਤੇ ਉੱਥੇ ਗੱਡੀ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਅਸੀਂ ਆਫ ਰੋਡਿੰਗ ਕਰਾਂਗੇ, ਆਫ ਰੋਡਿੰਗ ਦੇ ਦੌਰਾਨ 에ਅਰ ਬੈਗ ਦੇ ਐਕਟੀਵੇਟ ਹੋਣ ਦੇ ਚਾਂਸ ਘੱਟ ਨੇ, ਕਿਉਂਕਿ 에ਅਰ ਬੈਗ ਨੂੰ ਆਪਾਂ ਜਦੋਂ ਡਿਜ਼ਾਈਨ ਕੀਤਾ ਸੀਗਾ ਨਾ, ਇਸ ਤਰ੍ਹਾਂ ਨਹੀਂ ਡਿਜ਼ਾਈਨ ਕੀਤਾ ਸੀਗਾ ਵੀ ਆਪਾਂ ਰਫ ਡਰਾਈਵਿੰਗ ਕਰਦੇ ਹੋਈਏ ਜਾਂ ਅਨਈਵਨ ਸਰਫੇਸ ਤੇ ਚੱਲਦੇ ਹੋਈਏ, ਰੋਡ ਖਰਾਬ ਹੈ, ਆਪਾਂ ਗੱਡੀ ਚਲਾਉਂਦੇ ਪਏ ਹਾਂ, ਗੱਡੀ ਨੂੰ ਝਟਕੇ ਲੱਗਦੇ ਪਏ ਨੇ
ਤੇ ਉਸ ਟਾਈਮ ਤੇ 에ਅਰ ਬੈਗ ਖੁੱਲ ਜਾਵੇ। 에ਅਰ ਬੈਗ ਇਸ ਵਾਸਤੇ ਡਿਜ਼ਾਈਨ ਨਹੀਂ ਹੋਏ, 에ਅਰ ਬੈਗ ਡਿਜ਼ਾਈਨ ਹੋਏ ਨੇ ਕੋਈ ਬੜੀ ਤੇਜ਼ ਸਪੀਡ ਤੇ ਜਦੋਂ ਕਿਤੇ ਟਕਰਾਏ ਉਦੋਂ 에ਅਰ ਬੈਗ ਐਕਟੀਵੇਟ ਹੋਣ। ਇਨ ਫੈਕਟ ਦੀ ਮੈਕਸਿਮਮ ਡੈਕਸਲਰੇਸ਼ਨ generated in the severest braking is only a small fraction of that necessary to activate the airbag system। ਕੀ ਕਹਿੰਦੇ airbag ਕਦੋਂ ਐਕਟੀਵੇਟ ਹੋਏਗਾ? In fact the maximum de-acceleration generated in the severest braking is only a small fraction of that necessary to activate the airbag system। ਤੁਸੀਂ ਬੜੀ ਸਪੀਡ ਤੇ ਜਾਂਦੇ ਪਏ ਹੋ, 100 120 ਦੀ ਸਪੀਡ ਤੇ ਜਾਂਦੇ ਪਏ ਹੋ, ਇੱਕਦਮ ਤੁਸੀਂ ਬ੍ਰੇਕ ਮਾਰਤੀ, ਇੱਕਦਮ ਗੱਡੀ ਨੂੰ ਤੁਸੀਂ ਬ੍ਰੇਕ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਕ੍ਰੈਸ਼ ਸੈਂਸਰ ਨੂੰ ਕੀ ਫੀਲ ਹੋਇਆ ਬਈ ਗੱਡੀ ਇੱਕਦਮ ਰੁਕ ਗਈ। ਜਦੋਂ ਇੱਕਦਮ ਗੱਡੀ ਰੁਕੇਗੀ, ਇੱਕਦਮ ਗੱਡੀ ਦੀ ਸਪੀਡ ਡਾਊਨ ਆਏਗੀ, ਕ੍ਰੈਸ਼ ਸੈਂਸਰ ਐਕਟੀਵੇਟ ਹੋਣਗੇ। ਮਤਲਬ ਹਲਕੇ ਜੇ ਸੈਕਿੰਡ ਵਾਸਤੇ ਵੀ ਜੇ ਕ੍ਰੈਸ਼ ਸੈਂਸਰ ਨੂੰ ਇੱਦਾਂ ਲੱਗਾ ਨਾ ਵੀ ਇੱਕਦਮ ਗੱਡੀ ਦੀ ਸਪੀਡ, ਆਪਾਂ ਬੜੀ ਜ਼ਿਆਦਾ ਸਪੀਡ ਨਾਲ ਬ੍ਰੇਕ ਮਾਰੀਏ, ਗੱਡੀ ਦੀ ਸਪੀਡ ਘਟਦੀ ਪਈ ਹੈ, ਉਸੇ ਟਾਈਮ 에ਅਰ ਬੈਗ ਸਿਸਟਮ ਨੇ ਐਕਟੀਵੇਟ ਹੋ ਜਾਣਾ ਹੈ ਸਮਾਲ ਫ੍ਰੈਕਸ਼ਨ ਦੇ ਵਿੱਚ, ਕੁਛ ਸੈਕਿੰਡ ਦੇ ਵਿੱਚ। ਠੀਕ ਹੈ ਜੀ, ਇਹ ਦੋ ਪਾਰਟ ਆਪਾਂ ਸਟੱਡੀ ਕਰ ਲਏ। ਕਿਹੜੇ ਕਿਹੜੇ ਪਾਰਟ ਸਟੱਡੀ ਕੀਤੇ? ਇੱਕ ਆਪਾਂ ਸਟੱਡੀ ਕੀਤਾ 에ਅਰ ਬੈਗ ਮੋਡਿਊਲ, ਜਿਹਦੇ 'ਚ ਦੋ ਪਾਰਟ ਆਏ ਸੀਗੇ, ਇਨਫਲੇਟਰ ਯੂਨਿਟ ਤੇ ਬੈਗ। ਦੂਜਾ ਅਸੀਂ ਸਟੱਡੀ ਕੀਤਾ ਕ੍ਰੈਸ਼ ਸੈਂਸਰ। ਹੁਣ ਆਪਾਂ ਤੀਜਾ ਸਟੱਡੀ ਕਰਾਂਗੇ ਡਾਇਗਨੋਸਟਿਕ ਯੂਨਿਟ। ਡਾਇਗਨੋਸਟਿਕ ਯੂਨਿਟ ਦੇ ਵਿੱਚ ਕੀ ਹੈ? There is also a diagnostic unit which monitors the readiness of the airbag system। ਉਹ ਕਹਿੰਦੇ ਇੱਕ ਨਾ ਡਾਇਗਨੋਸਟਿਕ ਯੂਨਿਟ ਵੀ ਲੱਗਾ ਹੈ। ਡਾਇਗਨੋਸਟਿਕ ਯੂਨਿਟ ਦਾ ਮਤਲਬ ਕੀ ਹੁੰਦਾ? ਜਿਹੜਾ ਚੈੱਕ ਕਰਦਾ। ਉਹ ਚੈੱਕ ਕੀ ਕਰਦਾ ਵੀ ਸਾਡਾ ਜਿਹੜਾ 에ਅਰ ਬੈਗ ਸਿਸਟਮ ਹੈ ਕੰਮ ਵੀ ਕਰਦਾ ਪਿਆ ਕਿ ਨਹੀਂ ਕਰਦਾ ਪਿਆ। ਹਰ ਗੱਡੀ ਦੇ ਵਿੱਚ ਇੱਕ ਡਾਇਗਨੋਸਟਿਕ ਯੂਨਿਟ ਲੱਗਾ ਹੋਏਗਾ ਜਿਹੜਾ ਮੋਨੀਟਰ ਕਰੇਗਾ, ਹਮੇਸ਼ਾ ਇਹ ਚੈੱਕ ਕਰੇਗਾ ਵੀ 에ਅਰ ਬੈਗ ਸਿਸਟਮ ਕੰਮ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ। ਜੇ 에ਅਰ ਬੈਗ ਸਿਸਟਮ ਕੰਮ ਨਹੀਂ ਕਰਦਾ ਪਿਆ ਤੇ ਸਾਡੇ ਡੈਸ਼ਬੋਰਡ ਦੇ ਵਿੱਚ, ਇੰਸਟਰੂਮੈਂਟ ਪੈਨਲ ਦੇ ਵਿੱਚ ਜਿੱਥੇ ਲਾਈਟਸ ਜਗਦੀਆਂ ਨੇ ਅਲੱਗ-ਅਲੱਗ, ਜਿੱਥੋਂ ਸਾਨੂੰ ਫਿਊਲ ਦਾ ਪਤਾ ਲੱਗਦਾ ਹੈ ਜਾਂ ਹੈਂਡ ਬ੍ਰੇਕ ਦਾ ਪਤਾ ਲੱਗਦਾ ਹੈ, ਉੱਥੋਂ ਹੀ ਸਾਨੂੰ ਪਤਾ ਲੱਗ ਜਾਏਗਾ 에ਅਰ ਬੈਗ ਸਿਸਟਮ ਸਾਡਾ ਕੰਮ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ। ਜੇ ਰੈੱਡ ਕਲਰ ਦੇ ਵਿੱਚ ਇੱਕ ਲਾਈਟ ਜਗ ਪਈ ਜਿਹਦੇ ਉੱਤੇ 에ਅਰ ਬੈਗ ਦਾ ਸਿੰਬਲ ਬਣਿਆ ਹੋਇਆ, ਮਤਲਬ ਇੱਕ ਡਰਾਈਵਰ ਬੈਠਾ ਹੋਏਗਾ, ਅੱਗੇ ਉਹਦੇ 에ਅਰ ਬੈਗ ਬਣਿਆ ਹੋਏਗਾ, ਜੇ ਕੋਈ ਇੱਦਾਂ ਦੀ ਲਾਈਟ ਜਗ ਪਈ ਤੇ ਇਹਦਾ ਮਤਲਬ ਕੀ ਹੋਏਗਾ? ਸਾਡਾ 에ਅਰ ਬੈਗ ਸਿਸਟਮ ਜਿਹੜਾ ਉਹ ਕੰਮ ਨਹੀਂ ਕਰਦਾ ਪਿਆ। ਦੀ ਯੂਨਿਟ ਇਜ਼ ਐਕਟੀਵੇਟਿਡ ਵੈਨ ਦੀ ਵਹੀਕਲਸ ਇਗਨੀਸ਼ਨ ਇਜ਼ ਟਰਨਡ ਔਨ। ਜਿਹੜਾ ਡਾਇਗਨੋਸਟਿਕ ਯੂਨਿਟ ਹੈ ਇਹ ਕਦੋਂ ਔਨ ਹੁੰਦਾ? ਜਿੱਦਾਂ ਹੀ ਅਸੀਂ ਵਹੀਕਲ ਦੀ ਇਗਨੀਸ਼ਨ ਔਨ ਕਰਦੇ ਹਾਂ ਉਸੇ ਟਾਈਮ ਡਾਇਗਨੋਸਟਿਕ ਯੂਨਿਟ ਔਨ ਹੋ ਜਾਂਦਾ। ਤੇ ਡਾਇਗਨੋਸਟਿਕ ਯੂਨਿਟ ਦਾ ਕੰਮ ਕੀ ਹੈ? ਡਾਇਗਨੋਸਟਿਕ ਯੂਨਿਟ ਦਾ ਕੰਮ ਇਹੀ ਹੈ ਸਿਰਫ ਤੇ ਸਿਰਫ ਇਹ ਚੈੱਕ ਕਰਨਾ ਵੀ ਆਪਣਾ 에ਅਰ ਬੈਗ ਸਿਸਟਮ ਕੰਮ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ। ਇਫ ਦੀ ਯੂਨਿਟਸ ਆਇਡੈਂਟੀਫਾਈਜ਼ ਏ ਪ੍ਰੋਬਲਮ, ਜੇਕਰ ਯੂਨਿਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ, ਡਾਇਗਨੋਸਟਿਕ ਯੂਨਿਟ ਨੂੰ ਲੱਗਾ ਵੀ ਕੋਈ ਪ੍ਰੋਬਲਮ ਆ ਰਹੀ ਹੈ, ਇਹ ਵਾਰਨਿੰਗ ਲਾਈਟ ਅਲਰਟਸ, ਇੱਕ ਜਿਹੜੀ ਵਾਰਨਿੰਗ ਲਾਈਟ ਹੈ ਉਹ ਜਗ ਪਏਗੀ। ਦੀ ਡਰਾਈਵਰ ਟੂ ਟੇਕ ਦੀ ਵਹੀਕਲ ਫॉर ਐਗਜ਼ਾਮੀਨੇਸ਼ਨ ਆਫ ਦੀ 에ਅਰ ਬੈਗ ਸਿਸਟਮ। ਉਹ ਜਿਹੜੀ ਵਾਰਨਿੰਗ ਲਾਈਟ ਹੋਏਗੀ ਉਹ ਡਰਾਈਵਰ ਨੂੰ ਵਾਰਨ ਕਰਨ ਵਾਸਤੇ ਹੋਏਗੀ ਤਾਂ ਜੋ ਆਪਾਂ ਡਰਾਈਵਰ ਕੀ ਕਰੇ, 에ਅਰ ਬੈਗ ਸਿਸਟਮ ਨੂੰ ਠੀਕ ਕਰਾਉਣ ਦੇ ਲਈ ਕਿਤੇ ਵਰਕਸ਼ਾਪ ਵਗੈਰਾ ਦੇ ਵਿੱਚ ਲੈ ਜਾਵੇ। ਇਹਦਾ ਮਤਲਬ ਇਹ ਹੋਏਗਾ ਵੀ ਉਹਦਾ 에ਅਰ ਬੈਗ ਸਿਸਟਮ ਜਿਹੜਾ ਉਹ ਕੰਮ ਨਹੀਂ ਕਰਦਾ ਪਿਆ। ਅੱਗੋਂ ਅਸੀਂ ਗੱਲ ਕਰਦੇ ਹਾਂ ਵਰਕਿੰਗ ਆਫ 에ਅਰ ਬੈਗ ਦੀ ਵੀ। 에ਅਰ ਬੈਗ ਕੰਮ ਕਿੱਦਾਂ ਕਰਦਾ ਹੈ? ਵਰਕਿੰਗ ਆਫ 에ਅਰ ਬੈਗ ਇਜ਼ ਵੈਰੀ ਸਿੰਪਲ। 에ਅਰ ਬੈਗ ਦੀ ਜਿਹੜੀ ਵਰਕਿੰਗ ਹੈ ਬਿਲਕੁਲ ਸਿੰਪਲ ਹੈ। ਵੈਨ ਦੀ ਕ੍ਰੈਸ਼ ਟੇਕਸ ਪਲੇਸ, ਜਦੋਂ ਕੋਈ ਵੀ ਕ੍ਰੈਸ਼ ਹੋਏਗਾ, ਜਦੋਂ ਕੋਈ ਵੀ ਐਕਸੀਡੈਂਟ ਹੋਏਗਾ, ਦੀ ਟ੍ਰਿਗਰ ਦੀ ਇਗਨੀਸ਼ਨ ਆਫ ਏ ਪ੍ਰੋਪੈਲੈਂਟ। ਜਿੱਦਾਂ ਹੀ ਕੋਈ ਕ੍ਰੈਸ਼ ਹੋਏਗਾ ਉਸੇ ਟਾਈਮ ਜਿਹੜਾ ਪ੍ਰੋਪੈਲਰ ਹੈ ਉਹਨੂੰ ਇਗਨਾਈਟ ਕਰਨ ਦੇ ਲਈ ਇੱਕ ਤਰ੍ਹਾਂ ਦਾ ਟ੍ਰਿਗਰ ਹੋਏਗਾ। ਟ੍ਰਿਗਰ ਕੀ ਹੁੰਦਾ ਹੈ? ਜਦੋਂ ਅਸੀਂ ਗਨ ਦੇਖੀ ਹੋਏਗੀ ਸਾਰਿਆਂ ਨੇ, ਗਨ ਦੇ ਵਿੱਚ ਅਸੀਂ ਜਿਹਦੇ ਨਾਲ ਗੋਲੀ ਚਲਾਉਂਦੇ ਹਾਂ ਉਹਨੂੰ ਅਸੀਂ ਟ੍ਰਿਗਰ ਕਹਿੰਦੇ ਹਾਂ। ਜਿੱਦਾਂ ਹੀ ਅਸੀਂ ਟ੍ਰਿਗਰ ਨੂੰ ਪ੍ਰੈਸ ਕਰਦੇ ਹਾਂ ਉਸੇ ਟਾਈਮ ਗੋਲੀ ਚੱਲ ਪੈਂਦੀ ਹੈ। ਇੱਦਾਂ ਹੀ ਇਹਨਾਂ ਨੇ ਕੀ ਕਿਹਾ ਵੀ ਇਹਦੀ ਜਿਹੜੀ 에ਅਰ ਬੈਗ ਦੀ ਵਰਕਿੰਗ ਹੈ ਇਹ ਵੀ ਸੇਮ ਇੱਦਾਂ ਦੀ ਹੈ। ਜਿੱਦਾਂ ਹੀ ਕ੍ਰੈਸ਼ ਹੋਇਆ ਉਸੇ ਟਾਈਮ ਜਿੱਦਾਂ ਟ੍ਰਿਗਰ ਚੱਲਦਾ ਹੈ ਉੱਦਾਂ ਹੀ ਪ੍ਰੋਪੈਲੈਂਟ ਦੇ ਵਿੱਚ ਇੱਕ ਇਗਨੀਸ਼ਨ ਸਿਸਟਮ ਕੀ ਕਰੇਗਾ? ਪ੍ਰੋਪੈਲੈਂਟ ਨੂੰ ਬਰਨ ਕਰਨ ਦੀ ਕੋਸ਼ਿਸ਼ ਕਰੇਗਾ। An igniter starts a rapid generating gas N2 to fill the nylon fabric airbag, making it come out through the module cover। ਜਿੱਦਾਂ ਹੀ ਕ੍ਰੈਸ਼ ਹੋਇਆ ਉੱਦਾਂ ਹੀ ਪ੍ਰੋਪੈਲੈਂਟ ਨੂੰ ਅੱਗ ਲੱਗ ਗਈ, ਪ੍ਰੋਪੈਲੈਂਟ ਇਗਨਾਈਟ ਹੋ ਗਿਆ। ਜਿੱਦਾਂ ਹੀ ਪ੍ਰੋਪੈਲਰ ਇਗਨਾਈਟ ਹੋਇਆ ਇੱਕ ਗੈਸ ਪੈਦਾ ਹੋਈ N2, ਨਾਈਟ੍ਰੋਜਨ ਗੈਸ ਪੈਦਾ ਹੋਈ ਟੂ ਫਿਲ ਦੀ ਨਾਈਲਨ ਫੈਬਰਿਕ 에ਅਰ ਬੈਗ। ਜਿਹੜਾ ਨਾਈਲਨ ਦਾ ਫੈਬਰਿਕ 에ਅਰ ਬੈਗ ਸੀਗਾ ਜਿਹੜਾ ਅਸੀਂ ਯੂਜ਼ ਕੀਤਾ ਸੀਗਾ 에ਅਰ ਬੈਗ ਮੋਡਿਊਲ ਦੇ ਵਿੱਚ, ਉਹ ਕੀ ਹੋਇਆ?
ਮੋਡਿਊਲ ਕਵਰ ਦੇ ਵਿੱਚੋਂ ਬਾਹਰ ਆ ਗਿਆ। ਮੋਡਿਊਲ ਕਵਰ ਮਤਲਬ ਜੇ ਆਪਾਂ ਸਟੀਅਰਿੰਗ ਦੀ ਗੱਲ ਕਰਦੇ ਹਾਂ, ਸਟੀਅਰਿੰਗ ਦੇ ਉੱਤੇ ਕਵਰ ਲੱਗਾ ਹੈ, ਉਸ ਕਵਰ ਦੇ ਨੀਚੇ 에ਅਰ ਬੈਗ ਹੈ। ਜੇ ਆਪਾਂ ਪੈਸੇਂਜਰ ਸਾਈਡ ਦੀ ਗੱਲ ਕਰਦੇ ਹਾਂ, ਪੈਸੇਂਜਰ ਸਾਈਡ ਦੇ ਵਿੱਚ ਡੈਸ਼ਬੋਰਡ ਦੇ ਵਿੱਚ ਕਵਰ ਲੱਗਾ, ਉਸ ਕਵਰ ਦੇ ਨੀਚੇ 에ਅਰ ਬੈਗ ਹੈ। ਉਹ 에ਅਰ ਬੈਗ ਬਾਹਰ ਆਏਗਾ ਤੇ 에ਅਰ ਬੈਗ ਬਾਹਰ ਆ ਕੇ ਕੀ ਕਰੇਗਾ, ਫਿਲ ਹੋਣਾ ਵਿੱਚ 에ਅਰ ਫਿਲ ਹੋਣੀ ਸਟਾਰਟ ਹੋਏਗੀ। Some airbag technologies used compressed gas, while other technologies use various energetic propellants like NaN3 sodium nitrate। ਕਹਿੰਦੇ ਕਈ 에ਅਰਬੈਗ ਟੈਕਨੋਲੋਜੀਜ਼ ਦੇ ਵਿੱਚ ਕੀ ਹੁੰਦਾ ਹੈ, ਕੰਪਰੈਸਡ 에ਅਰ ਯੂਜ਼ ਕੀਤੀ ਜਾਂਦੀ ਹੈ। ਕਈ ਕੀ ਕਰਦੇ ਨੇ 에ਅਰਬੈਗ ਦੇ ਵਿੱਚ ਕੰਪਰੈਸਡ 에ਅਰ ਯੂਜ਼ ਕਰਦੇ ਨੇ, ਤੇ ਕਈ ਕੀ ਕਰਦੇ ਨੇ ਨਾਈਟ੍ਰੋਜਨ ਵਰਗੀ ਗੈਸ ਯੂਜ਼ ਕਰਦੇ ਨੇ ਜਿਹਨੂੰ ਪ੍ਰੋਪੈਲੈਂਟ ਪੈਦਾ ਕਰਦਾ ਹੈ। ਐਦਾਂ ਹੀ ਕਈ ਕੀ ਕਰਦੇ ਨੇ, ਕੋਈ ਹੋਰ ਵੀ ਪ੍ਰੋਪੈਲੈਂਟ ਆਉਂਦੇ ਨੇ, ਐਨਰਜੈਟਿਕ ਪ੍ਰੋਪੈਲਰ ਵੀ ਆਉਂਦੇ ਨੇ, ਜਿੱਦਾਂ ਕਿ ਸੋਡੀਅਮ ਨਾਈਟ੍ਰੇਟ। ਸੋਡੀਅਮ ਨਾਈਟ੍ਰੇਟ ਵੀ ਇੱਕ ਤਰ੍ਹਾਂ ਦਾ ਪ੍ਰੋਪੈਲੈਂਟ ਹੈ। ਜਿੱਦਾਂ ਹੀ ਸੋਡੀਅਮ ਨਾਈਟ੍ਰੇਟ ਨੂੰ ਅਸੀਂ ਕੰਟੈਕਟ ਦੇ ਵਿੱਚ ਲੈ ਕੇ ਆਉਂਦੇ ਹਾਂ ਇਗਨੀਸ਼ਨ ਸਿਸਟਮ ਦੇ, ਉਸੇ ਟਾਈਮ ਇੱਕ ਬੜੀ ਸਟਰੋਂਗ ਗੈਸ ਪੈਦਾ ਹੁੰਦੀ ਹੈ ਜਿਹੜੀ 에ਅਰ ਬੈਗ ਦੇ ਵਿੱਚ ਫਿਲ ਹੋ ਜਾਂਦੀ ਹੈ। ਫਰੋਮ ਦੀ ਸਟਾਰਟ ਆਫ ਦੀ ਕ੍ਰੈਸ਼ ਦੀ ਇੰਟਾਇਰ ਡਿਪਲੋਇਮੈਂਟ ਐਂਡ from the start of the crash the entire deployment and inflation process is faster than the blink of an eye। ਕਹਿੰਦੇ ਜਿੱਦਾਂ ਹੀ ਕ੍ਰੈਸ਼ ਹੋਇਆ, ਕ੍ਰੈਸ਼ ਹੋਣ ਤੋਂ ਬਾਅਦ 에ਅਰ ਬੈਗ ਦੇ ਫੁੱਲਣ ਦੇ ਵਿੱਚ, ਇਨਫਲੇਸ਼ਨ ਹੋਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ, ਫਾਸਟਰ ਦੈਨ ਦੀ ਬਲਿੰਕ ਆਫ ਐਨ ਆਈ। ਜਿੰਨੀ ਦੇਰ 'ਚ ਆਪਾਂ ਇੱਕ ਅੱਖ ਝਪਕਦੇ ਹਾਂ, ਉਸ ਤੋਂ ਵੀ ਜਲਦੀ ਇਹ ਚੀਜ਼ ਜਿਹੜੀ ਹੈ ਇਨਫਲੇਟ ਕਰ ਜਾਂਦੀ ਹੈ। 에ਅਰ ਬੈਗ ਜਿਹੜਾ ਹੈ ਇਨਫਲੇਟ ਕਰ ਜਾਂਦਾ ਹੈ। 에ਅਰਬੈਗਸ ਡਿਪਲੋਏ ਇਨ 15 ਮਿਲੀ ਸੈਕਿੰਡਸ, ਮਤਲਬ 15 ਮਿਲੀ ਸੈਕਿੰਡ ਦੇ ਵਿੱਚ ਜਦੋਂ ਕੋਈ ਹਾਈ ਸਪੀਡ ਕ੍ਰੈਸ਼ ਹੋਏਗਾ, ਉਦੋਂ 15 ਮਿਲੀ ਸੈਕਿੰਡ ਦੇ ਵਿੱਚ 에ਅਰ ਬੈਗ ਜਿਹੜਾ ਉਹ ਇਨਫਲੇਟ ਕਰ ਜਾਏਗਾ। 15 ਮਿਲੀ ਸੈਕਿੰਡ ਦਾ ਮਤਲਬ ਕੀ ਹੋ ਗਿਆ, ਮਤਲਬ 15 ਸੈਕਿੰਡ ਨੂੰ ਜੇ ਆਪਾਂ 1000 ਪਾਰਟਸ 'ਚ ਡਿਵਾਈਡ ਕਰ ਦਈਏ, ਤੇ ਇੱਕ ਸੈਕਿੰਡ ਨੂੰ ਜੇ ਆਪਾਂ 1000 ਪਾਰਟਸ 'ਚ ਡਿਵਾਈਡ ਕਰ ਦਈਏ ਤੇ 1 ਮਿਲੀ ਸੈਕਿੰਡ ਬਣਦਾ ਹੈ। 15 ਮਿਲੀ ਸੈਕਿੰਡ ਮਤਲਬ 0.015 ਸੈਕਿੰਡਸ, ਮਤਲਬ 1 ਸੈਕਿੰਡ ਵੀ ਨਹੀਂ। 1 ਸੈਕਿੰਡ ਦਾ ਕਿੰਨਵਾਂ ਹਿੱਸਾ, 150ਵਾਂ ਹਿੱਸਾ ਹੋ ਗਿਆ। 1 ਸੈਕਿੰਡ ਦੇ 150ਵੇਂ ਹਿੱਸੇ ਦੇ ਵਿੱਚ ਇਹ 에ਅਰ ਬੈਗ ਜਿਹੜਾ ਹੈ ਉਹ ਇਨਫਲੇਟ ਕਰ ਜਾਏਗਾ ਜੇ ਹਾਈ ਸਪੀਡ ਕ੍ਰੈਸ਼ ਹੋਏਗਾ। ਤੇ ਜੇ ਲੋ ਸਪੀਡ ਕ੍ਰੈਸ਼ ਹੋਏਗਾ ਫਿਰ 25 ਕੁ ਮਿਲੀ ਸੈਕਿੰਡ ਲੱਗਣਗੇ, ਮਤਲਬ 0.025 ਸੈਕਿੰਡ ਲੱਗਣਗੇ, ਫਿਰ ਜਾ ਕੇ ਇਨਫਲੇਟ ਹੋਏਗਾ। ਐਜ਼ ਏ ਵਹੀਕਲ ਚੇਂਜ ਸਪੀਡ, ਜਿੱਦਾਂ ਜਿੱਦਾਂ ਵਹੀਕਲ ਦੀ ਸਪੀਡ ਚੇਂਜ ਹੋਏਗੀ, ਸੋ ਫਾਸਟ ਇਨ ਏ ਕ੍ਰੈਸ਼ 에ਅਰ ਬੈਗ ਮਸਟ ਇਨਫਲੇਟ ਰੈਪਿਡਲੀ ਟੂ ਰਿਡਿਊਸ ਦੀ ਰਿਸਕ ਆਫ ਦੀ ਓਕੂਪੈਂਟ ਹਿਟਿੰਗ ਦੀ ਵਹੀਕਲ ਇੰਟੀਰੀਅਰ। ਜਿੰਨੀ ਸਪੀਡ ਤੇਜ਼ ਹੋਏਗੀ ਵਹੀਕਲ ਦੀ, ਉਨੀ ਬੈਗ ਦੀ ਇਨਫਲੇਟ ਹੋਣ ਦੀ ਸਪੀਡ ਵੀ ਤੇਜ਼ ਹੋਏਗੀ। ਜੇ ਤੇਜ਼ ਸਪੀਡ 'ਤੇ ਗੱਡੀ ਕ੍ਰੈਸ਼ ਕਰੇਗੀ, ਬੈਗ ਵੀ ਤੇਜ਼ ਸਪੀਡ 'ਤੇ ਫੁੱਲੇਗਾ, ਇਨਫਲੇਟ ਹੋਏਗਾ। ਜੇ ਗੱਡੀ ਸਲੋ ਸਪੀਡ 'ਤੇ ਕ੍ਰੈਸ਼ ਕਰੇਗੀ ਤੇ ਬੈਗ ਵੀ ਸਲੋ ਸਪੀਡ 'ਤੇ ਇਨਫਲੇਟ ਹੋਏਗਾ। ਵੰਸ 에ਅਰ ਬੈਗ ਇਨਫਲੇਟ, ਕਹਿੰਦੇ ਜਦੋਂ ਇੱਕ ਵਾਰ ਤੁਹਾਡਾ 에ਅਰ ਬੈਗ ਇਨਫਲੇਟ ਕਰ ਗਿਆ ਨਾ, deflation begins immediately as the gas escape through vents in the airbag। ਜਿੱਦਾਂ ਹੀ ਕਹਿੰਦੇ ਤੁਹਾਡਾ ਇੱਕ ਵਾਰ 에ਅਰ ਬੈਗ ਇਨਫਲੇਟ ਕਰ ਗਿਆ, ਤੁਹਾਡੀ ਗੱਡੀ ਕਿਤੇ ਸਟਰਾਈਕ ਕੀਤੀ, ਉਸੇ ਟਾਈਮ 에ਅਰ ਬੈਗ ਪੂਰਾ ਫੁੱਲ ਗਿਆ। ਜਿੱਦਾਂ ਹੀ 에ਅਰ ਬੈਗ ਨੇ ਪੂਰਾ ਫੁੱਲਣਾ ਹੈ, ਉਸੇ ਟਾਈਮ ਡੀਫਲੇਸ਼ਨ ਵੀ ਸ਼ੁਰੂ ਹੋ ਜਾਣੀ ਹੈ, ਮਤਲਬ 에ਅਰ ਬਾਹਰ ਨਿਕਲਣੀ ਵੀ ਉਸੇ ਟਾਈਮ ਸ਼ੁਰੂ ਹੋ ਜਾਣੀ ਹੈ। ਕਿਉਂਕਿ ਕੀ ਹੈ, 에ਅਰ ਬੈਗ ਦੇ ਵਿੱਚ ਛੋਟੇ ਛੋਟੇ ਹੋਲ ਨੇ, ਵੈਂਟ ਨੇ, ਉਹਨਾਂ ਵਿੱਚੋਂ ਵੈਂਟ ਦੇ ਵਿੱਚੋਂ ਕੀ ਹੋਣਾ ਹੈ, 에ਅਰ ਗੈਸ ਜਿਹੜੀ ਅੰਦਰ 에ਅਰ ਫਿਲ ਹੋਈ ਜਾਂ ਗੈਸ ਜਿਹੜੀ ਫਿਲ ਹੋਈ ਉਹ ਬਾਹਰ ਆਣੀ ਸਟਾਰਟ ਕਰ ਦੇਗੀ। ਸਮ ਡਸਟ ਲਾਈਕ ਪਾਰਟੀਕਲਸ ਆਲਸੋ ਰਿਲੀਜ਼ ਇਨ ਦੀ ਵਹੀਕਲਸ ਇੰਟੀਰੀਅਰ, ਕੁਛ ਡਸਟ ਲਾਈਕ ਪਾਰਟੀਕਲ ਵੀ ਹੋਣਗੇ ਜਿਹੜੇ ਵਹੀਕਲ ਦੇ ਇੰਟੀਰੀਅਰ 'ਚ ਅੰਦਰ ਇਕੱਠੇ ਹੋ ਜਾਣਗੇ। ਮਤਲਬ ਜਦੋਂ 에ਅਰ ਬੈਗ ਬਾਹਰ ਨਿਕਲੇਗਾ ਉਹਦੇ ਨਾਲ ਥੋੜੇ ਡਸਟ ਲਾਈਕ ਪਾਰਟੀਕਲਸ ਵੀ ਬਾਹਰ ਨਿਕਲਣਗੇ, ਮਿੱਟੀ ਜੀ ਵੀ ਬਾਹਰ ਨਿਕਲੇਗੀ। Most of this dust consists of which are used to lubricate the airbag during inflation। 에ਅਰ ਬੈਗ ਨੂੰ ਜਦੋਂ ਵੀ ਫਿੱਟ ਕੀਤਾ ਜਾਂਦਾ ਨਾ, ਉੱਪਰ ਉਹਦੇ ਇੱਕ ਲੁਬਰੀਕੈਂਟ ਪਾਇਆ ਜਾਂਦਾ ਹੈ। ਹੁਣ ਲਿਕੁਇਡ ਲੁਬਰੀਕੈਂਟ ਤੇ ਪਾ ਨਹੀਂ ਸਕਦੇ, ਉਹਨੇ ਸੁੱਕ ਜਾਣਾ ਹੈ। ਇਸ ਕਰਕੇ ਆਪਾਂ ਕੀ ਕਰਦੇ ਹਾਂ, ਸੋਲਿਡ ਲੁਬਰੀਕੈਂਟ ਪਾਉਂਦੇ ਹਾਂ। ਸੋਲਿਡ ਲੁਬਰੀਕੈਂਟ ਦੇ ਵਿੱਚ ਕੀ ਹੁੰਦਾ ਹੈ, ਡਰਾਈ ਪਾਊਡਰ ਹੁੰਦਾ ਹੈ, ਗ੍ਰੇਫਾਈਟ ਪਾਊਡਰ ਹੋ ਗਿਆ ਜਾਂ ਹੋਰ ਕੋਈ ਪਾਊਡਰ ਹੋ ਗਿਆ, ਉਹਨੂੰ ਅਸੀਂ ਪਾਉਂਦੇ ਹਾਂ। ਉਹ ਲੁਬਰੀਕੈਂਟ ਕੀ ਕਰਦਾ ਹੈ, ਜਦੋਂ ਵੀ 에ਅਰ ਬੈਗ ਫੁੱਲਦਾ ਹੈ ਉਹ ਲੁਬਰੀਕੈਂਟ ਵੀ ਨਾਲ ਬਾਹਰ ਆਉਂਦਾ ਹੈ, ਪਾਊਡਰ ਦੀ ਫੋਰਮ ਦੇ ਵਿੱਚ ਬਾਹਰ ਆਉਂਦਾ ਹੈ। ਦਿਸ ਕੈਮੀਕਲ ਕੈਨ ਕਾਜ਼ ਮਾਈਨਰ ਇਰੀਟੇਸ਼ਨ ਟੂ ਦੀ ਆਈਜ਼ ਐਂਡ ਓਪਨ ਵਾਊਂਡਸ। ਇਹ ਜਿਹੜਾ ਕੈਮੀਕਲ ਬਾਹਰ ਆਏਗਾ, ਇਹ ਕੀ ਕਰੇਗਾ, ਥੋੜ੍ਹੀ ਬਹੁਤੀ ਇਰੀਟੇਸ਼ਨ ਕਰੇਗਾ ਅੱਖਾਂ ਦੇ ਵਿੱਚ, ਜਾਂ ਕਿਸੇ ਦੇ ਕੋਈ ਜੇ ਸੱਟ ਵਗੈਰਾ ਲੱਗੀ ਹੋਏਗੀ, ਓਪਨ ਵਾਊਂਡਸ, ਜੇ ਕੋਈ ਜ਼ਖਮ ਹੋਏਗਾ ਉਹਦੇ 'ਤੇ ਥੋੜ੍ਹੀ ਬਹੁਤੀ ਇਰੀਟੇਸ਼ਨ ਕਰ ਸਕਦਾ ਹੈ। ਇਟ ਇਨਫਲੇਟਸ ਦੀ ਫੈਬਰਿਕ ਬੈਗ ਵੈਰੀ ਰੈਪਿਡਲੀ। ਜਿਹੜਾ 에ਅਰ ਬੈਗ ਹੈ ਉਹਦੇ ਵਿੱਚ ਜਿਹੜਾ ਫੈਬਰਿਕ ਬੈਗ ਹੈ ਉਹ ਬੜੀ ਰੈਪਿਡਲੀ
ਇਨਫਲੇਟ ਹੁੰਦਾ, ਬੜੀ ਸਪੀਡ ਦੇ ਨਾਲ ਹਵਾ ਭਰੀ ਜਾਂਦੀ ਹੈ, ਵਿਚ ਰਿਡਿਊਸਿਸ ਦੀ ਇੰਪੈਕਟ ਐਕਸਪੀਰੀਅੰਸਡ ਬਾਈ ਦੀ ਪੈਸੇਂਜਰ ਐਜ਼ ਦੇ ਕਮ ਟੂ ਸਟੋਪ ਇਨ ਕ੍ਰੈਸ਼ ਸਿਚੁਏਸ਼ਨ। ਜਦੋਂ ਇੱਕਦਮ ਇਨਫਲੇਟ ਕੋਈ ਚੀਜ਼ ਹੁੰਦੀ ਨਾ, ਉਹਦੇ ਨਾਲ ਕੀ ਹੁੰਦਾ, ਜਿਹੜਾ ਇੰਪੈਕਟ ਹੈ ਉਹ ਘਟ ਜਾਂਦਾ ਹੈ। ਜਦੋਂ ਵੀ ਕੋਈ ਝਟਕਾ ਲੱਗਣਾ ਹੈ, ਉਦੋਂ ਜਿਹੜਾ ਇੰਪੈਕਟ ਪੈਦਾ ਹੋਣਾ ਹੈ, ਉਹ ਇੰਪੈਕਟ ਜਿਹੜਾ ਹੈ ਉਹ ਇੰਪੈਕਟ ਘਟ ਜਾਊਗਾ, ਸੱਟ ਲੱਗਣ ਦਾ ਜਿਹੜਾ ਇੰਪੈਕਟ ਹੈ ਉਹ ਘਟ ਜਾਊਗਾ, ਤੇ ਵਹੀਕਲ ਜਿਹੜਾ ਉਹ ਇੱਕਦਮ ਰੁਕ ਜਾਏਗਾ ਕ੍ਰੈਸ਼ ਸਿਚੁਏਸ਼ਨ ਦੇ ਵਿੱਚ। ਦੀ ਬੈਗ ਹੈਜ਼ ਸਮੋਲ ਵੈਂਟ ਹੋਲਸ ਟੂ ਅਲੋ ਦੀ ਪ੍ਰੋਪੈਲੈਂਟ ਹੈਜ਼ ਟੂ ਬੀ ਸਲੋਲੀ ਐਕਸਪੈਂਡ ਫਰੋਮ ਦੀ ਬੈਗ ਐਜ਼ ਦੀ ਓਕੂਪੈਂਟ ਪੁਸ਼ਿਸ ਅਗੇਂਸਟ ਇਟ। ਬੈਗ ਦੇ ਵਿੱਚ ਜਿਹੜੇ ਛੋਟੇ ਛੋਟੇ ਹੋਲ ਨੇ ਉਹ ਕੀ ਕਰਨਗੇ, ਆਪਣੇ ਵਿੱਚੋਂ ਏਅਰ ਨੂੰ ਬਾਹਰ ਆਉਣ ਦੇਣਗੇ। ਏਅਰ ਨੂੰ ਬਾਹਰ ਆਉਣ ਦੇਣ ਦਾ ਮਤਲਬ ਕੀ ਹੋਏਗਾ, ਕਿਉਂਕਿ ਜਿੱਦਾਂ ਹੀ ਏਅਰ ਬੈਗ ਇੱਕਦਮ ਖੁੱਲ੍ਹਣਾ ਨਾ, ਏਅਰ ਬੈਗ ਨੇ ਕੀ ਕਰਨਾ ਹੈ, ਜਿਹੜੇ ਅੰਦਰ ਓਕੂਪੈਂਟ ਬੈਠੇ ਨੇ ਉਹਨਾਂ ਨੂੰ ਪਿੱਛੇ ਨੂੰ ਧੱਕ ਦੇਣਾ ਹੈ ਆਪਣੇ ਨਾਲ, ਏਅਰ ਬੈਗ ਦੇ ਨਾਲ। ਠੀਕ ਹੈ, ਏਅਰ ਬੈਗ ਨੇ ਪੈਸੇਂਜਰ ਨੂੰ ਪਿੱਛੇ ਇੱਕਦਮ ਖਿੱਚਦੇ ਧੱਕਾ ਮਾਰਨਾ ਹੈ। ਉਸ ਧੱਕੇ ਤੋਂ ਬਚਾਉਣ ਦੇ ਲਈ ਕੀ ਹੋਏਗਾ, ਹੌਲੀ ਹੌਲੀ ਏਅਰ ਜਿਹੜੀ ਹੈ ਉਹ ਡੀਫਲੇਟ ਹੋਣ ਲੱਗ ਪਏਗੀ। ਏਅਰ ਡੀਫਲੇਟ ਹੋਣ ਦਾ ਕਾਰਨ ਕੀ ਹੋਏਗਾ, ਤਾਂ ਜੋ ਏਅਰ ਹੌਲੀ ਹੌਲੀ ਬਾਹਰ ਨਿਕਲ ਜਾਏ ਅਤੇ ਪੈਸੇਂਜਰ ਫਿਰ ਦੁਬਾਰਾ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਆ ਜਾਏ। ਜੇ ਏਅਰ ਵਿੱਚੋਂ ਬਾਹਰ ਨਹੀਂ ਨਿਕਲੇਗੀ ਅਤੇ ਪੈਸੇਂਜਰ ਜਿਹੜਾ ਉਹ ਪਿੱਛੇ ਨੂੰ ਹੀ ਮਤਲਬ ਅਟਕਿਆ ਰਹਿ ਜਾਏਗਾ। ਉੱਦਾਂ ਭਾਵੇਂ ਪੈਸੇਂਜਰ ਮਰੇ ਜਾਂ ਨਾ ਮਰੇ ਐਕਸੀਡੈਂਟ ਦੇ ਵਿੱਚ, ਪਰ ਜਦੋਂ ਏਅਰ ਬੈਗ ਨੇ ਉਹਦੇ 'ਤੇ ਲਗਾਤਾਰ ਪ੍ਰੈਸ਼ਰ ਪਾ ਕੇ ਰੱਖਣਾ ਹੈ, ਉਹ ਉਹਨੂੰ ਜ਼ਰੂਰ ਉਹਦਾ ਦਮ ਘੁੱਟ ਕੇ ਮਾਰ ਸਕਦਾ ਹੈ। ਇਸ ਕਰਕੇ ਏਅਰ ਬੈਗ ਦੇ ਵਿੱਚੋਂ ਏਅਰ ਨਿਕਲਣੀ ਵੀ ਜ਼ਰੂਰੀ ਹੈ, ਡੀਫਲੇਸ਼ਨ ਵੀ ਜ਼ਰੂਰੀ ਹੈ। ਇਟ ਸ਼ੁੱਡ ਬੀ ਕੈਪਟ ਇਨ ਮਾਈਂਡ ਦੈਟ ਏਅਰ ਬੈਗ ਵਰਕਸ ਓਨਲੀ ਵੰਸ ਐਂਡ ਡੀਫਲੇਟ ਕੁਇਕਲੀ ਆਫਟਰ ਦੀ ਇਨੀਸ਼ੀਅਲ ਇੰਪੈਕਟ। ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਏਅਰ ਬੈਗ ਨੂੰ ਸਿਰਫ ਇੱਕ ਵਾਰ ਵਰਤਿਆ ਜਾ ਸਕਦਾ ਹੈ। ਜਿੱਦਾਂ ਹੀ ਇਹ ਇਨਫਲੇਟ ਹੁੰਦੇ ਨੇ, ਇਨਫਲੇਟ ਹੋਣ ਤੋਂ ਬਾਅਦ ਨਾਲੇ ਜਾਂ ਡੀਫਲੇਟ ਹੋਣਾ ਸਟਾਰਟ ਕਰ ਦਿੰਦੇ ਨੇ। ਸੋ ਦੇ ਕੈਨੋਟ ਬੀ ਰੀਯੂਜ਼ਡ ਐਂਡ ਸ਼ੁੱਡ ਬੀ ਰਿਪਲੇਸਡ। ਇਹਨਾਂ ਨੂੰ ਦੁਬਾਰਾ ਯੂਜ਼ ਨਹੀਂ ਕੀਤਾ ਜਾ ਸਕਦਾ, ਇਹਨਾਂ ਨੂੰ ਸਿਰਫ ਤੇ ਸਿਰਫ ਰਿਪਲੇਸ ਕੀਤਾ ਜਾ ਸਕਦਾ ਹੈ। ਇਸ ਕਰਕੇ ਕਦੀ ਵੀ ਇਹ ਨਹੀਂ ਸੋਚਣਾ ਵੀ ਜੇ ਇੱਕ ਵਾਰ ਏਅਰ ਬੈਗ ਖੁੱਲ੍ਹ ਜਾਣ ਤੇ ਏਅਰ ਬੈਗ ਨੂੰ ਆਪਾਂ ਦੁਬਾਰਾ ਯੂਜ਼ ਕਰ ਸਕਦੇ ਹਾਂ। ਏਅਰ ਬੈਗ ਨੂੰ ਦੁਬਾਰਾ ਯੂਜ਼ ਨਹੀਂ ਕੀਤਾ ਜਾ ਸਕਦਾ। ਤੇ ਜਦੋਂ ਇੱਕ ਵਾਰ ਏਅਰ ਬੈਗ ਖੁੱਲ੍ਹ ਜਾਂਦੇ ਨੇ ਤੇ ਕਈ ਵਾਰ ਸਾਨੂੰ ਏਅਰ ਬੈਗ ਜਦੋਂ ਦੁਬਾਰਾ ਨਵੇਂ ਪਵਾਉਣੇ ਪੈਂਦੇ ਨੇ, ਫਿਰ ਇਹਦਾ ਖਰਚਾ ਵੀ ਸਾਨੂੰ ਬੀਅਰ ਕਰਨਾ ਪੈਂਦਾ ਹੈ। ਤੇ ਏਅਰ ਬੈਗ ਦੁਬਾਰਾ ਪਵਾਉਣ ਦਾ ਖਰਚਾ ਕਾਫੀ ਜ਼ਿਆਦਾ ਹੁੰਦਾ ਹੈ, ਹਜ਼ਾਰਾਂ ਦੇ ਵਿੱਚ ਹੁੰਦਾ ਹੈ। ਐਂਡ ਕਈ ਵਾਰ ਇੱਦਾਂ ਵੀ ਹੁਣ ਤੁਸੀਂ ਦੇਖਿਆ ਹੋਏਗਾ ਵੀ ਗੱਡੀ ਸਟਰਾਈਕ ਨਹੀਂ ਕੀਤੀ ਤਾਂ ਵੀ ਏਅਰ ਬੈਗ ਖੁੱਲ੍ਹ ਗਏ, ਇੱਦਾਂ ਵੀ ਹੁੰਦਾ ਹੈ। ਕਈ ਵਾਰ ਇੱਦਾਂ ਹੁੰਦਾ ਗੱਡੀ ਸਟਰਾਈਕ ਕਰ ਗਈ, ਡਰਾਈਵਰ ਉੱਠ ਕੇ ਡਰਾਈਵਰ ਨੂੰ ਅੰਦਰੋਂ ਬਾਹਰ ਵੀ ਕੱਢ ਲਿਆ ਤੇ ਉਸ ਤੋਂ ਬਾਅਦ ਏਅਰ ਬੈਗ ਖੁੱਲ੍ਹੇ। ਠੀਕ ਹੈ, ਏਅਰ ਬੈਗ ਇੱਕ ਨੋ ਡਾਊਟ ਇੱਕ ਰਿਲਾਇਬਲ ਸਿਸਟਮ ਹੈ ਸੇਫਟੀ ਦੇ ਲਈ, ਬਟ ਕਈ ਵਾਰ ਏਅਰ ਬੈਗ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ। ਕਈ ਵਾਰ ਏਅਰ ਬੈਗ ਹੋਣ ਦੇ ਬਾਵਜੂਦ ਵੀ ਕਾਫੀ ਜ਼ਿਆਦਾ ਸੱਟਾਂ ਲੱਗ ਜਾਂਦੀਆਂ ਨੇ। ਕਈ ਵਾਰ ਏਅਰ ਬੈਗ ਹੋਣ ਦੇ ਬਾਵਜੂਦ ਵੀ ਬੰਦਾ ਮਰ ਜਾਂਦਾ ਹੈ, ਜਿਹੜਾ ਡਰਾਈਵਰ ਵਗੈਰਾ। ਕਈ ਵਾਰੀ ਇੱਦਾਂ ਫੈਟਲ ਐਕਸੀਡੈਂਟ ਵੀ ਹੋ ਜਾਂਦੇ ਨੇ। ਸੋ ਏਅਰ ਬੈਗ ਇੱਕ ਸੇਫਟੀ ਸਿਸਟਮ ਹੈ, ਬਟ ਇਹਦੇ 'ਚ ਇਹ ਨਹੀਂ ਗਰੰਟੀ ਹੁੰਦੀ ਵੀ ਏਅਰ ਬੈਗ ਜਿਹੜਾ ਉਹ ਬੰਦੇ ਦੀ ਜਾਨ ਨੂੰ ਹਮੇਸ਼ਾ ਬਚਾਉਂਦਾ ਹੈ। ਸੋ ਅੱਜ ਲਈ ਇੰਨਾ ਹੀ ਏਅਰ ਬੈਗ ਦੇ ਵਿੱਚ, ਬਾਕੀ ਅਸੀਂ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ। ਥੈਂਕ ਯੂ।